ਸਤਿ ਸ਼੍ਰੀ ਅਕਾਲ। ਲਿਵਿੰਗ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ। ਮੈਂ ਹਾਂ ਆਸ਼ੀਸ਼ ਗੁਪਤਾ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਬਿਗ ਬੁਲੇਟਿਨ। ਸਭ ਤੋਂ ਪਹਿਲਾਂ ਗੱਲ ਹੋਵੇਗੀ ਕਾਂਗਰਸ ਅੰਦਰ ਚੱਲ ਰਹੀ ਖਾਨਾ ਜੰਗੀ ਦੀ, ਕਾਂਗਰਸ ਅੰਦਰ ਚੱਲ ਰਹੇ ਕਾਟੋ ਕਲੇਸ਼ ਦੀ। ਜੀ ਹਾਂ, 2027 ਦੇ ਭਖੇ ਚੋਣ ਦੰਗਲ ਦਰਮਿਆਨ ਹੁਣ ਕਾਂਗਰਸ ਅੰਦਰ ਚੰਨੀ ਵੱਲੋਂ ਦਿੱਤੇ ਬਿਆਨ ਅਤੇ ਕਾਂਗਰਸ ਅੰਦਰ ਚਿਹਰੇ ਨੂੰ ਲੈ ਕੇ ਧੜੇਬੰਦੀ ਦੀ ਲੜਾਈ ਪੰਜਾਬ ਤੋਂ ਦਿੱਲੀ ਤੱਕ ਪਹੁੰਚੀ ਤਾਂ ਹੁਣ ਸਿਆਸੀ ਧਿਰਾਂ ਵੀ ਕਾਂਗਰਸ ਦੇ ਸਵਾਦ ਲੈਣੋਂ ਪਿੱਛੇ ਨਹੀਂ ਹਟੇ। ਆਲਮ ਇਹ ਕਿ ਹੁਣ ਕਾਂਗਰਸ ਦੇ ਕਲੇਸ਼ ਬਹਾਨੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮ ਕੇ ਨਿਸ਼ਾਨੇ ਸਾਧੇ। ਦਲੀਲ ਅਤੇ ਤਰਕ ਇਹ ਰਹੇ ਕਿ ਕਾਂਗਰਸ ਆਪਸ 'ਚ ਲੜੀ ਜਾ ਰਹੀ ਹੈ ਅਤੇ ਵਿਰੋਧੀਆਂ ਨੂੰ ਸਿਰਫ ਤੇ ਸਿਰਫ ਸੱਤਾ ਚਾਹੀਦੀ ਹੈ। कांग्रेस च अंदरूनी खाना जंगी तेज, पंजाब तो दिल्ली पहुंचा सियासी कलेश। बयानबाजी बहाने कांग्रेस के निशाने। 2027 ਲਈ सियासत हाई की कांग्रेस अंदर सीएम कुर्सी की लड़ाई। ਤਾਂ ਇਹ ਸਵਾਲ ਇਸ ਲਈ ਕਿਉਂਕਿ 2027 ਦੇ ਭੱਖੇ ਚੋਣ ਦੰਗਲ ਦੇ ਦਰਮਿਆਨ ਹੁਣ ਕਾਂਗਰਸ ਦੇ ਅੰਦਰ ਚੰਨੀ ਵੱਲੋਂ ਦਿੱਤੇ ਬਿਆਨ ਅਤੇ ਕਾਂਗਰਸ ਅੰਦਰ ਚਿਹਰੇ ਨੂੰ ਲੈ ਕੇ ਧੜੇਬੰਦੀ ਦੀ ਲੜਾਈ ਪੰਜਾਬ ਤੋਂ ਦਿੱਲੀ ਤੱਕ ਪਹੁੰਚੀ ਤਾਂ ਹੁਣ ਸਿਆਸੀ ਧਿਰਾਂ ਵੀ ਕਾਂਗਰਸ ਦੇ ਸਵਾਦ ਲੈਣੋਂ ਪਿੱਛੇ ਨਹੀਂ ਹਟ ਰਹੀਆਂ। ਆਲਮ ਹੈ ਕਿ ਹੁਣ ਕਾਂਗਰਸ ਦੇ ਕਲੇਸ਼ ਦੇ ਬਹਾਨੇ ਮਹਾਲੀ ਦੇ ਮੰਚ ਤੋਂ ਗਰਜਦੇ ਅਰਵਿੰਦ ਕੇਜਰੀਵਾਲ ਨੇ ਨਿਸ਼ਾਨੇ ਸਾਧੇ। ਦਲੀਲਾਂ ਦੇ ਤਰਕ ਇਹ ਰਹੇ ਕਿ ਕਾਂਗਰਸੀ ਆਪਸ ਦੇ ਵਿੱਚ ਲੜੀ ਜਾ ਰਹੇ ਨੇ, ਵਿਰੋਧੀਆਂ ਨੂੰ ਸਿਰਫ ਸੱਤਾ ਚਾਹੀਦੀ ਹੈ। पंजाब से प्यार नहीं करते, वो पंजाबियों से प्यार नहीं करते, उन्हें सत्ता चाहिए। किस लिए चाहिए? पैसा कमाने के लिए। पैसे से सत्ता, सत्ता से पैसा, पैसे से सत्ता। आज क्या हाल हो गया इन पार्टियों का। आम आदमी पार्टी फल रही है, फूल रही है, चारों तरफ जा रही है। इन पार्टियों का कांग्रेस को उठा के देखो, लड़ रहे हैं सारे एक साथ, सबको सीएम बनना है, सबको सब एक दूसरे के छुरा घोंपने में लगे हुए हैं। अकाली दल का हाल देख लो। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਕਾਂਗਰਸ ਤੇ ਇਸ ਮੌਕੇ ਚੁਟਕੀ ਲੈਂਦੇ ਹੋਏ ਨਜ਼ਰ ਆਏ। ਮੁੱਖ ਮੰਤਰੀ ਮਾਨ ਦੀ ਦਲੀਲ ਰਹੀ ਕਿ ਵਿਰੋਧੀ ਪੈਸਾ ਕਮਾਉਣ ਦੇ ਲਈ ਸੱਤਾ ਚਾਹੁੰਦੇ ਨੇ, ਕਾਂਗਰਸ ਅੰਦਰ ਸਾਰੇ ਸੀਐਮ ਬਣਨਾ ਚਾਹੁੰਦੇ ਨੇ। ਬਹੁਤ ਹੀ ਜ਼ਿੰਮੇਵਾਰੀ ਵਾਲਾ ਆਦਾ ਹੈ। ਮੁੱਖ ਮੰਤਰੀ ਸੌ ਨਹੀਂ ਸਕਦਾ ਆਪਣੀ ਮਰਜ਼ੀ ਨਾਲ। ਕੀ ਪਤਾ ਕਿੱਥੇ ਕੀ ਹੋ ਗਿਆ, ਸਾਰੇ ਵਾਸਤੇ ਜ਼ਿੰਮੇਵਾਰ ਤੁਸੀਂ ਹੋ, ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ ਹਨਾ। ਸਾਰਿਆਂ ਵਿਰੋਧੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ, ਲੋਕਾਂ ਦੇ ਸਵਾਲਾਂ ਦੇ ਸਾਰੇ ਦੇਣੇ ਪੈਂਦੇ। ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ? ਇਹ ਤੋਂ ਪਹਿਲਾਂ ਬਣਾਏ ਤਾਂ ਹੈਗੇ ਸੀ, ਇਹ ਕਿਹੜਾ ਨਵੇਂ ਨੇ? ਉਹਨਾਂ ਉਹਦਾ ਲੜੀ ਜਾਂਦੇ ਆ, ਉਹ ਤੂੰ ਨਹੀਂ, ਉਹ ਮੈਂ ਨਹੀਂ, ਉਹ ਤੂੰ ਇੱਧਰੋਂ ਆ ਮੈਂ ਇੱਧਰੋਂ ਆ। ਅਸੀਂ ਕਹਿੰਦੇ ਜੀ ਸਾਰੇ ਪੰਜਾਬ ਤੋਂ, ਅਸੀਂ ਤਾਂ ਸਾਰੇ ਪੰਜਾਬੀ ਆ, ਅਸੀਂ ਤਾਂ ਸਾਰੇ ਦੇਸ਼ ਨੂੰ ਢਿੱਡ ਭਰਨ ਵਾਲੇ ਪੰਜਾਬੀ ਆ, ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ। ਬਹਰਹਾਲ ਸਾਫ਼ ਹੈ ਕਿ ਹੁਣ ਕਾਂਗਰਸ ਦੇ ਅੰਦਰ ਜਾਰੀ ਖਾਨਾ ਜੰਗੀ ਤੇ ਸਿਆਸੀ ਧਿਰਾਂ ਮੁੜ ਤੋਂ ਕਾਂਗਰਸ ਤੇ ਹਮਲਾਵਰ ਨੇ ਅਤੇ ਅਜਿਹੇ 'ਚ ਕਾਂਗਰਸ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਤਾਂ ਵਾਕਈ ਕਾਂਗਰਸ ਅੰਦਰ ਸੀਐਮ ਕੁਰਸੀ ਦੀ ਲੜਾਈ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਦਲਿਤ ਕਾਰਡ ਨੂੰ ਲੈ ਕੇ ਦਿੱਤੇ ਬਿਆਨ ਤੇ ਹੁਣ ਲਗਾਤਾਰ ਘਮਾਸਾਨ ਮਚਿਆ ਹੋਇਆ। ਆਲਮ ਹੈ ਕਿ ਹਾਈ ਕਮਾਂਡ ਵੱਲੋਂ ਵੀ ਦਿੱਲੀ ਕਈ ਲੀਡਰ ਤਲਬ ਕੀਤੇ ਗਏ ਅਤੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਖੈਰ ਹੁਣ ਗੱਲ ਹੋਵੇਗੀ ਨਸ਼ੇ ਦੀ। 2017 ਦੀਆਂ ਚੋਣਾਂ ਤੋਂ 2027 ਤੱਕ ਹੀ ਪੰਜਾਬ ਦੀ ਸਿਆਸੀ ਫਿਜ਼ਾਂ 'ਚ ਮੁੱਖ ਤੌਰ ਤੇ ਅਹਿਮ ਮਸਲਾ ਬਣਿਆ ਨਸ਼ਾ ਹੁਣ ਪੰਜਾਬ ਦੀ ਸਿਆਸਤ ਨੂੰ ਮੁੜ ਗਰਮਾਉਣ ਲੱਗਿਆ। ਆਲਮ ਹੈ ਕਿ ਮੁਹਾਲੀ 'ਚ ਗਰਜਦੇ ਤੜਕਦੇ ਅਰਵਿੰਦ ਕੇਜਰੀਵਾਲ ਨੇ ਨਸ਼ੇ ਬਹਾਨੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨੇ ਸਾਧੇ ਹਨ। ਦਲੀਲ ਅਤੇ ਤਰਕ ਇਹ ਰਹੇ ਕਿ ਪਿਛਲੀਆਂ ਸਰਕਾਰਾਂ 'ਚ ਮੰਤਰੀ ਨਸ਼ਾ ਵਿਕਾਉਂਦੇ ਰਹੇ ਅਤੇ ਸਾਡੀ ਸਰਕਾਰ ਨੇ ਉਹਨਾਂ ਮੰਤਰੀਆਂ ਨੂੰ ਜਦੋਂ ਜੇਲ੍ਹ ਅੰਦਰ ਕੀਤਾ ਤਾਂ ਇਹਨਾਂ ਨੂੰ ਪੀੜ ਹੋਣ ਲੱਗੀ ਹੈ। ਕੇਜਰੀਵਾਲ ਦਾ ਮਜੀਠੀਆ ਤੇ ਅਟੈਕ। बड़े इनके मंत्री नशा बेचा करते थे। मंत्री मंत्रियों की गाड़ियों के अंदर नशा डिस्ट्रीब्यूट किया जाता था। नशे खिलाफ एक्शन ते सियासी खटैक। ਤਾਂ ਨਸ਼ੇ ਖਿਲਾਫ ਚਲਾਈ ਜਾ ਰਹੀ ਆਪਣੀ ਜੰਗ ਦੀ ਪਿੱਠ ਥਾਪੜਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਗਰਕਦੀ ਜਵਾਨੀ ਅਤੇ ਪੰਜਾਬ ਅੰਦਰ ਪੈਰ ਪਸਾਰੇ ਨਸ਼ੇ ਲਈ ਪਿਛਲੀਆਂ ਸਰਕਾਰਾਂ ਤੇ ਵੀ ਜੰਮ ਕੇ ਰਗੜੇ ਲਾਏ। ਆਲਮ ਹੈ ਕਿ ਬਿਨਾਂ ਨਾਮ ਲਏ ਮੁੜ ਤੋਂ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਤੇ ਤਾਬੜਤੋੜ ਤੀਰਾਂ ਦੀ ਬੁਛਾੜ ਕੀਤੀ। ਦਲੀਲ ਅਤੇ ਤਰਕ ਇਹ ਰਹੇ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਮੰਤਰੀ ਨਸ਼ਾ ਵਿਕਾਉਂਦੇ ਸਨ। ਸਾਡੀ ਸਰਕਾਰ ਨੇ ਸਾਬਕਾ ਮੰਤਰੀਆਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ। ਇੱਕ ਨੂੰ ਜੇਲ੍ਹ ਦੇ ਵਿੱਚ ਪਾਇਆ ਤਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ। ਮਨੁੱਖੀ ਅਧਿਕਾਰਾਂ ਦਾ ਹਵਾਲਾ ਦੇ ਕੇ ਸਰਕਾਰ ਦੇ ਖਿਲਾਫ बोल रहे ने, पर नशे नाल नौजवानों की मौत ते मनुखी अधिकार याद नहीं आए। पिछले 4 साल में इनके टाइम याद करो जब कांग्रेस, अकाली दल, बीजेपी की सरकारें होती थी, कितना नशा था। बड़े बड़े इनके मंत्री नशा बेचा करते थे। मंत्रियों की गाड़ियों के अंदर नशा डिस्ट्रीब्यूट किया जाता था। मेरे को याद है
जो बड़े बड़े नशे के तस्कर पकड़े जाते थे वो इनके मंत्रियों के नाम लेते थे कि वो मंत्री जो है वो नशा बिकवाता है, वो मंत्री जो है वो मंत्री नशा डिस्ट्रीब्यूट कराता है उसकी गाड़ियों के अंदर। आज पहली बार ऐसे हुआ है कि इतने बड़े बड़े मंत्री को, जो पुराने मंत्री थे, उनको पकड़ के जेल के अंदर डालने की हिम्मत की है किसी सरकार। लेकिन मुझे बेहद दुख है, जब उस मंत्री को गिरफ्तार करके जेल में डाला गया, ये सारी पार्टी, आम आदमी पार्टी को राइट्स वायलेशन हो रहा है जी। जब हमारे बच्चे नशा करके मर रहे थे, जब हमारे बच्चे नशे में उनका भविष्य खराब हो रहा था, हमारे बच्चों का ह्यूमन राइट्स वायलेशन नहीं हो रहा। तब से ये सारे, मैं देख रहा था, ये सारे पार्टी वाले गालियां दे रहे हैं हम लोगों को कि ह्यूमन राइट्स वायलेशन, गैंगस्टर्स का ह्यूमन राइट्स वायलेशन की चिंता इन लोगों को। बताओ, जब हमारे पास फोन आते हैं, हमारे लोगों के पास फोन आते हैं, इतने करोड़ रुपए दे दो नहीं तो तुम्हारे बच्चे को उठा लेंगे, इतने करोड़ रुपए दे दो नहीं तो तुम्हारे इसको मार देंगे, तब हमारा ह्यूमन राइट्स वायलेशन नहीं होता। इन लोगों को इन गैंगस्टर्स की चिंता, इन लोगों को फिरौती मांगने वालों की चिंता, इन लोगों को पंजाबियों की चिंता नहीं है, पंजाब के लोगों की चिंता नहीं। ਹਾਲਾਂਕਿ ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਨਸ਼ੇ ਨੂੰ ਲੈ ਕੇ ਵਿਰੋਧੀਆਂ ਤੇ ਰਗੜੇ ਲਾ ਚੁੱਕੇ ਨੇ। 2017 ਦੀਆਂ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਹਫ਼ਤਿਆਂ ਦੇ ਅੰਦਰ ਨਸ਼ੇ ਦਾ ਲੱਕ ਤੋੜਨ ਦੀ ਖਾਦੀ ਸਹੁੰ ਤੇ ਵੀ ਹਮਲਾਵਰ ਹੋਏ ਅਰਵਿੰਦ ਕੇਜਰੀਵਾਲ ਕਹਿ ਚੁੱਕੇ ਨੇ ਕਿ ਕੈਪਟਨ ਸਰਕਾਰ ਦੇ ਵਿੱਚ ਵੀ ਨਸ਼ਾ ਵਧਿਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਦੀ ਸੀ, ਪਰ ਅਸੀਂ ਹੁਣ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ਾ ਖਤਮ ਕਰ ਰਹੇ ਹਾਂ। ਤਾਂ ਸਾਫ਼ ਹੈ ਕਿ ਪੰਜਾਬ ਅੰਦਰ ਨਸ਼ੇ ਨੂੰ ਜੜੋਂ ਨਿਸਤੇ ਨਾਬੂਦ ਕਰਨ ਦਾ ਦਮ ਭਰਦੇ ਹੋਏ ਅਰਵਿੰਦ ਕੇਜਰੀਵਾਲ ਜਿੱਥੇ ਆਗਾਜ਼ ਕੀਤੇ ਅਯੁੱਧ ਨਸ਼ੇ ਵਿਰੁੱਧ ਫੇਜ਼ 2 ਤਹਿਤ ਆਪਣੀਆਂ ਕਾਰਵਾਈਆਂ ਦੀ ਪਿੱਠ ਥਾਪੜ ਰਹੇ ਨੇ, ਤਾਂ ਉੱਥੇ ਵਿਰੋਧੀਆਂ ਤੇ ਵੀ ਤਾਬੜ ਤੋੜ ਤੀਰ ਦਾਗ ਰਹੇ ਨੇ ਅਤੇ ਅਜਿਹੇ ਦੇ ਵਿੱਚ 2027 ਦੀਆਂ ਚੋਣਾਂ ਲਈ ਵੀ ਨਸ਼ਾ ਸਭ ਤੋਂ ਵੱਡਾ ਮਸਲਾ ਬਣ ਰਿਹਾ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਤਾਂ ਵਾਕਈ ਨਸ਼ੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਾਰ ਪਲਟਵਾਰ ਲਗਾਤਾਰ ਜਾਰੀ ਰਿਹਾ ਅਤੇ ਹੁਣ ਜੋ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੀਆਂ ਸਰਕਾਰਾਂ ਤੇ ਨਿਸ਼ਾਨੇ ਸਾਧੇ ਗਏ ਤਾਂ ਜ਼ਾਹਿਰ ਤੌਰ ਤੇ ਹੈ ਕਿ ਵਿਰੋਧੀ ਵੀ ਇਸ ਦਾ ਜਵਾਬ ਜ਼ਰੂਰ ਦੇਣਗੇ। ਖੈਰ ਹੁਣ ਗੱਲ ਹੋਵੇਗੀ 12 ਪਾਚਾ 48 ਜਾਂ 60 ਦੀ। ਜੀ ਹਾਂ, दरअसल पंजाब कांग्रेस प्रधान राजा वड़िंग वालों दिते बयान ते जिथे सियासी तरथली मची है तां सारी सियासी धिरां राजा वड़िंग ते तंज कस रहीआं ने अते इसे च तंज हुण मुख मंत्री भगवंत मान ने भी कसिया। दलील यह रही कि सेहत बीमा योजना च मैंटल हैल्थ दा भी इलाज होवेगा अते इन्हां दा दिमागी संतुलन खराब है अते इस दा इलाज इस च होवेगा। वड़िंग भुल्ले पहाड़ा भखिया सियासी खाड़ा, वड़िंग दे बयान उत्ते सियासी कमसान। मेरिया बावां पैना पहला पुराना बाहरों पांजा बाहरों पांजा 48,000 रुपया लेना 12 पंजे ਉਹਦੀ ਦਵਾਈ ਵੀ ਵਿੱਚ ਹੈਗੀ ਨਾ, ਦਿਮਾਗੀ ਤਵਾਜ਼ੁਨ, ਦਿਮਾਗੀ ਸੰਤੁਲਨ ਖਰਾਬ ਹੋ ਗਿਆ, ਉਹਦੀ ਇਲਾਜ ਹੈਗਾ, ਉਹ ਕਾਰਡ ਉਹਨਾਂ ਲਈ ਬਣਾਵਾਂਗੇ। ਤਾਂ ਵੇਲਾ ਸੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ। ਮੰਚ ਤੋਂ ਵਿਰੋਧੀਆਂ ਤੇ ਤੜਕਦੇ ਖੜਕਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਐਸਆਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ 12 ਪਾਜਾ 48 ਵਾਲੇ ਬਿਆਨ ਤੇ ਅਜਿਹੇ ਤਕੜੇ ਬੋਲ ਗਏ ਕਿ ਹੁਣ ਸਿਆਸੀ ਜੰਗ 2027 ਦੀ ਹੋਰ ਭੱਗ ਗਈ ਹੈ। ਆਲਮੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਧਾ ਤੰਜ ਕੱਸਦੇ ਕਹਿ ਗਏ ਕਿ ਸਿਹਤ ਬੀਮਾ ਯੋਜਨਾ 'ਚ ਮੈਂਟਲ ਹੈਲਥ ਦਾ ਵੀ ਇਲਾਜ ਹੋਵੇਗਾ ਅਤੇ ਇਹਨਾਂ ਦੀ ਖਰਾਬ ਦਿਮਾਗੀ ਸੰਤੁਲਨ ਦਾ ਇਲਾਜ ਵੀ ਇਸ 'ਚ ਹੋਵੇਗਾ। ਅੱਜ 4 साल हो गए, 4 साल हो गए। जे भगवंत मान 1,000 रुपया दे भी देगा अखीरले साल तो मेरिया बावां पैना पहला पुराना बाहरों पांजा बाहरों पांजा 48,000 रुपया लेना फिर वोट पानी है। 1,000 रुपये दे विच विर ना जाओ, जे देन तो ले लियो। अखीरले 4 महीने 1,000 रुपया दे के तू साडियां वोटां लेनियां छोड़। 12 पंजे ਉਹਦੀ ਦਵਾਈ ਵੀ ਵਿੱਚ ਹੈਗੀ ਨਾ, ਲਿਖਿਆ ਹੋਇਆ ਮੈਂ ਪੜਦਾ ਸੀ, ਮੈਂਟਲ ਹੈਲਥ ਵੀ ਲਿਖਿਆ ਹੋਇਆ, ਦਿਮਾਗੀ ਤਵਾਜ਼ੁਨ, ਦਿਮਾਗੀ ਸੰਤੁਲਨ ਖਰਾਬ ਹੋ ਗਿਆ, ਉਹਦੀ ਇਲਾਜ ਹੈਗਾ, ਉਹ ਕਾਰਡ ਉਹਨਾਂ ਲਈ ਬਣਾਵਾਂਗੇ। ਮੈਂ ਤੁਹਾਨੂੰ ਦੱਸਿਆ ਨਾ, ਟੱਬਰਾਂ ਦੇ ਬਣਾਉਣੇ ਪੈਣਗੇ ਨਾ, ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ, ਜ਼ਿੰਮੇਵਾਰ ਤੁਸੀਂ ਹੋ, ਤੁਸੀਂ ਕੀਤਾ ਸਾਰਾ ਹੈ, ਠੀਕ ਆ। ਸੋ ਉਹਨਾਂ ਉਹ ਤਾਂ ਲੜੀ ਜਾਂਦੇ ਆ, ਉਹ ਤੂੰ ਨਹੀਂ, ਉਹ ਮੈਂ ਨਹੀਂ, ਉਹ ਤੂੰ ਇੱਧਰੋਂ ਆ ਮੈਂ ਇੱਧਰੋਂ ਆ। ਅਸੀਂ ਕਹਿੰਦੇ ਜੀ ਸਾਰੇ ਪੰਜਾਬ ਤੋਂ, ਅਸੀਂ ਤਾਂ ਸਾਰੇ ਪੰਜਾਬੀ ਆ, ਅਸੀਂ ਤਾਂ ਸਾਰੇ ਦੇਸ਼ ਨੂੰ
ਢਿੱਡ ਭਰਨ ਵਾਲੇ ਪੰਜਾਬੀ ਹਾਂ, ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਹਾਂ। ਕਾਬਲੇ ਗੌਰ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦੀ ਮੈਂਬਰ ਰਾਜਾ ਵੜਿੰਗ ਮਨਰੇਗਾ ਬਚਾਓ ਰੈਲੀ ਵੇਲੇ ਸਰਕਾਰ ਖਿਲਾਫ ਅਤੇ ਉਸ ਦੀ ਨੀਤੀਆਂ ਦੇ ਖਿਲਾਫ ਪਰਦਾ ਖੋਲ ਹੀ ਰਹੇ ਸਨ, ਰਗੜੇ ਲਾ ਹੀ ਰਹੇ ਸਨ ਕਿ ਵਾਰੀ ਪੰਜਾਬ ਦੀ ਮਹਿਲਾਵਾਂ ਦੀ 1000 ਰੁਪਏ ਵਾਲੀ ਗਰੰਟੀ ਦੀ ਵੀ ਆਈ। ਸਰਕਾਰ ਦੇ ਕੀਤੇ ਵਾਅਦੇ ਤੇ ਦਾਅਵੇ ਤਹਿਤ ਜਿੱਥੇ ਸਰਕਾਰੀ ਵਜ਼ੀਰ ਪਹਿਲਾਂ ਹੀ ਕਹਿ ਗਏ ਕਿ ਆਗਾਮੀ ਬਜਟ 'ਚ 1000 ਰੁਪਏ ਵਾਲੀ ਗਰੰਟੀ ਦਾ ਵਾਅਦਾ ਪੂਰਾ ਹੋਵੇਗਾ, ਤਾਂ ਉਸ ਵੇਲੇ ਤੈਸ਼ ਚਾਹੇ ਵੜਿੰਗ ਸਾਹਿਬ ਇਹ ਕਹਿਣਾ ਚਾਹੁੰਦੇ ਸਨ ਕਿ 5 ਸਾਲਾਂ ਦਾ ਹਿਸਾਬ ਯਾਨੀ ਕਿ ਮਹਿਲਾਵਾਂ ਦਾ 60000 ਰੁਪਏ ਬਣਦਾ ਹੈ ਉਹ ਦਿੱਤਾ ਜਾਵੇ। ਪਰ ਵੜਿੰਗ ਸਾਹਿਬ ਸਟੇਜ ਤੇ ਖੜੇ ਉਦੋਂ ਜਦੋਂ ਗਣੀ ਤਾਂ ਪਾਰਾ ਦਾ ਪਹਾੜਾ ਹੀ ਭੁੱਲੇ, ਤਾਂ ਹੁਣ ਇਸ ਤੇ ਸਿਆਸੀ ਪਾਰਾ ਜ਼ਰੂਰ ਹਾਈ ਹੈ ਅਤੇ ਵੜਿੰਗ ਦੇ ਜ਼ੁਬਾਨੋਂ ਨਿਕਲੇ ਸੜ ਦੀ ਥਾਂ 48 ਵਾਲੇ ਬੋਲ ਹੁਣ ਅਜਿਹੇ ਭਾਰੀ ਹਨ ਕਿ ਸਾਰੀ ਗੈਰ ਕਾਂਗਰਸੀ ਧਿਰਾਂ ਦੇ ਨਿਸ਼ਾਨੇ ਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਹੈ ਅਤੇ ਸੜ ਦੀ ਥਾਂ 48 ਤੇ ਮਚਿਆ ਸਿਆਸੀ ਘਮਸਾਨ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼, ਪੰਜਾਬ। ਤਾਂ ਵਾਕਈ ਸਾਰੀ ਸਿਆਸੀ ਧਿਰਾਂ ਹੁਣ ਰਾਜਾ ਵੜਿੰਗ ਤੇ ਨਿਸ਼ਾਨੇ ਸਾਧ ਰਹੀਆਂ ਨੇ ਅਤੇ ਵੜਿੰਗ ਵੱਲੋਂ ਭੁੱਲਿਆ ਇਹ ਪਾੜਾ ਉਹਨਾਂ ਨੂੰ ਮਹਿੰਗਾ ਪੈ ਰਿਹਾ ਹੈ। ਖੈਰ ਹੁਣ ਗੱਲ ਹੋਵੇਗੀ ਚੰਡੀਗੜ੍ਹ ਦੀ ਸਰਜ਼ਮੀਨ ਤੇ ਠੰਡ ਵਿਚਾਲੇ ਭਖੀ ਸਿਆਸਤ ਦੀ। ਗੱਲ ਹੋਵੇਗੀ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਮਚੀ ਤਰਥੱਲੀ ਦੀ। ਜੀ ਹਾਂ, ਦਰਅਸਲ ਚੰਡੀਗੜ੍ਹ ਮੇਅਰ ਚੋਣਾਂ ਤੋਂ ਪਹਿਲਾਂ ਨਵਾਂ ਮੋੜ ਆ ਗਿਆ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹੁਣ ਪੂਰੇ ਤਰੀਕੇ ਨਾਲ ਟੁੱਟ ਚੁੱਕਿਆ ਹੈ ਅਤੇ ਹੁਣ ਦੋਹਾਂ ਵਿਚਾਲੇ ਜਿੱਥੇ ਮੇਅਰ ਚੋਣਾਂ ਨੂੰ ਲੈ ਕੇ ਐਲਾਨੇ ਜੰਗ ਹੈ, ਤਾਂ ਇਸ ਵਿਚਾਲੇ ਦੋਹਾਂ ਪਾਰਟੀਆਂ ਨੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਲਈ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਨੇ ਅਤੇ ਦੋਹਾਂ ਪਾਰਟੀਆਂ ਦੇ ਆਪਣੇ ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਵੀ ਦਾਖਲ ਕਰ ਦਿੱਤੇ ਹਨ ਅਤੇ ਇਹ ਹੁਣ ਕਿਤੇ ਨਾ ਕਿਤੇ ਬੀਜੇਪੀ ਲਈ ਸੰਜੀਵਨੀ ਬੂਟੀ ਸਾਬਿਤ ਹੋ ਰਹੀ ਹੈ। ਚੰਡੀਗੜ੍ਹ ਦਾ ਦੰਗਲ ਕਿਸ ਦਾ ਹੋਵੇਗਾ ਮੰਗਲ। ਚੰਡੀਗੜ੍ਹ ਮੇਅਰ ਚੋਣਾਂ 'ਚ ਨਵਾਂ ਮੋੜ, ਟੁੱਟਿਆ ਆਪ ਕਾਂਗਰਸ ਦਾ ਗੱਠਜੋੜ। ਕਿਸ ਦੇ ਨਾਮ ਹੋਵੇਗੀ ਚੰਡੀਗੜ੍ਹ ਦੀ ਚੇਅਰ? ਕੌਣ ਹੋਵੇਗਾ ਚੰਡੀਗੜ੍ਹ ਦਾ ਮੇਅਰ? ਇਹ ਸਵਾਲ ਇਸ ਲਈ ਕਿਉਂਕਿ ਚੰਡੀਗੜ੍ਹ ਨਗਰ ਨਿਗਮ ਅਤੇ ਮੇਅਰ ਚੋਣਾਂ ਤੋਂ ਪਹਿਲਾਂ ਨਿਗਮ ਦੀ ਗੇਮ ਪੂਰੀ ਤਰੀਕੇ ਨਾਲ ਸਿਆਸੀ ਤੌਰ ਤੇ ਬਦਲ ਗਈ ਹੈ ਅਤੇ ਹੁਣ ਨਿਗਮ 'ਚ ਬੀਜੇਪੀ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਨਜ਼ਰ ਆ ਰਹੀਆਂ। ਆਮ ਆਦਮੀ ਪਾਰਟੀ ਦੇ 2 ਕੌਂਸਲਰਾਂ ਵੱਲੋਂ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਪਿਕਚਰ ਪੂਰੀ ਤਰ੍ਹਾਂ ਹੀ ਬਦਲ ਗਈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਟੁੱਟ ਗਿਆ। ਆਮ ਆਦਮੀ ਪਾਰਟੀ ਨੇ ਹੁਣ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ ਅਤੇ ਇਕੱਲੇ ਮੈਦਾਨ 'ਚ ਨਿਤਰਨ ਦਾ ਦਮ ਭਰਿਆ। ਆਮ ਆਦਮੀ ਪਾਰਟੀ ਚੰਡੀਗੜ੍ਹ 'ਚ ਮੇਅਰ ਦੀਆਂ ਚੋਣਾਂ ਇਕੱਲੇ ਲੜੇਗੀ, ਜਦਕਿ ਕਾਂਗਰਸ ਅਤੇ ਬੀਜੇਪੀ ਆਪਣਾ ਗੱਠਜੋੜ ਜਾਰੀ ਰੱਖਣਗੇ। ਇਹੀ ਨਹੀਂ, ਇਸ ਦੇ ਨਾਲ ਹੀ ਗੱਠਜੋੜ ਤੋਂ ਇਨਕਾਰ ਕਰਦਿਆਂ ਹੁਣ ਮੇਅਰ ਚੋਣਾਂ 'ਚ ਝਾੜੂ ਫੇਰਨ ਵਾਲੀ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ, ਜਿਸ ਦੇ ਤਹਿਤ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਦੀ ਲੀਡਰਸ਼ਿਪ ਦੇ ਲਈ ਮੇਅਰ ਅਹੁਦੇ ਵਾਸਤੇ ਯੋਗੇਸ਼ ਢੀਂਗਰਾ ਵਾਰਡ ਨੰਬਰ 25, ਸੀਨੀਅਰ ਡਿਪਟੀ ਮੇਅਰ ਅਹੁਦੇ ਦੇ ਲਈ ਮੁਨੱਵਰ ਖਾਨ ਵਾਰਡ ਨੰਬਰ 29 ਅਤੇ ਡਿਪਟੀ ਮੇਅਰ ਅਹੁਦੇ ਦੇ ਲਈ ਜਸਵਿੰਦਰ ਕੌਰ ਵਾਰਡ ਨੰਬਰ 1 ਨੂੰ ਉਮੀਦਵਾਰ ਐਲਾਨਿਆ ਅਤੇ ਹੁਣ ਨਾਮਜ਼ਦਗੀ ਕਾਗਜ਼ ਭਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਤਿੰਨੇ ਮੁੱਖ ਅਹੁਦਿਆਂ ਤੇ ਜਿੱਤ ਦਾ ਦਾਅਵਾ ਵੀ ਠੋਕਿਆ। ਕੌਂਸਲਰਾਂ ਦੀ ਦਲ ਬਦਲੀ ਦਾ ਵੀ ਸ਼ੱਕ ਹੈ, ਇਸ ਲਈ 11 ਕੌਂਸਲਰਸ ਨੂੰ ਰੋਪੜ ਦੇ ਇੱਕ ਹੋਟਲ 'ਚ ਲਿਜਾਇਆ ਗਿਆ। ਮੋਬਾਈਲ ਫੋਨ ਬੰਦ ਕਰਵਾ ਦਿੱਤੇ ਗਏ ਨੇ। ਚੋਣਾਂ ਤੱਕ ਇਹਨਾਂ ਸਭ ਨੂੰ ਸ਼ਹਿਰ ਤੋਂ ਬਾਹਰ ਰੱਖਣ ਦੀ ਤਿਆਰੀ ਹੈ। ਇਸ ਵਾਰੀ ਜੀ ਪੂਰੀ ਉਮੀਦ ਹੈ ਆਮ ਆਦਮੀ ਪਾਰਟੀ ਚੰਡੀਗੜ੍ਹ 29 ਤਰੀਕ ਨੂੰ ਮੇਅਰ ਬਣਾਏਗੀ। ਜਿੱਤ ਹੋਏਗੀ ਜੀ। ਦੇਖੋ ਕਾਂਗਰਸ ਨੇ ਜੇ ਤਾਂ ਉਹਨਾਂ ਨੇ ਜੋ ਸਟੇਟਮੈਂਟ ਪਹਿਲਾਂ ਵੀ ਦਿੱਤੀ ਸੀਗੀ ਬੀਜੇਪੀ ਨੂੰ ਰੋਕਣ ਲਈ, ਜੇ ਤਾਂ ਉਹ ਸਾਥ ਦੇਣਗੇ ਤਾਂ ਅੱਗੇ ਦੇਖਦੇ ਹਾਂ ਜੀ ਕੀ ਹੁੰਦਾ। ਬਾਕੀ ਉਹਨਾਂ ਨੇ ਵਾਅਦਾ ਕੀਤਾ ਸੀ, ਬਾਕੀ ਦੇਖਦੇ ਹਾਂ ਜੀ ਆਉਣ ਵਾਲਾ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ। ਆਮ ਆਦਮੀ ਪਾਰਟੀ ਦੀ ਹਮੇਸ਼ਾ ਹੀ ਲੋਕਾਂ ਦੀ ਪਾਰਟੀ ਰਹੀ ਹੈ ਜੀ। ਅਸੀਂ ਲੋਕਾਂ ਦੇ ਮੁੱਦੇ ਚੱਕਦੇ ਰਹੇ ਹਾਂ ਤੇ ਕਾਂਗਰਸ ਨੂੰ ਜਿੱਥੇ ਵੀ ਉਹਨਾਂ ਨੂੰ ਲੱਗੇਗਾ ਉਹ ਆਪਦੀ ਵੋਟ ਪਾਣਗੇ। ਸਭ ਨਾਲ ਪਹਿਲਾਂ ਤਾਂ ਡੰਪਿੰਗ ਗਰਾਊਂਡ ਦਾ ਕੰਮ ਹੋਣਾ ਬਹੁਤ ਜ਼ਰੂਰੀ ਹੈ ਜੀ। ਉਹਦੇ ਤੇ ਪਾਰਟੀ ਹਮੇਸ਼ਾ ਹੀ ਕੰਮ ਕਰਦੀ ਆਈ ਹੈ। ਅਸੀਂ ਵੀ ਆਵਾਜ਼ ਚੱਕਦੇ ਰਹੇ ਹਾਂ ਤੇ ਅੱਗੇ ਵੀ ਆਵਾਜ਼ ਚੱਕਦੇ ਰਹਾਂਗੇ ਤੇ ਨਾਲ ਪਲੱਸ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਕੀਤਾ ਹੋਇਆ ਇਹਨਾਂ ਨੇ। ਸਫਾਈ ਵਿਵਸਥਾ ਚਰਮਾਈ ਹੋਈ ਹੈ, ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗੇ ਹੈ ਤੇ ਪੂਰੀ ਕੋਸ਼ਿਸ਼ ਕਰਾਂਗੇ ਜਿਹੜੇ ਮੁੱਦੇ ਪੈਂਡਿੰਗ ਹੈ, ਉਹ ਕਿੰਨੇ ਸਾਲਾਂ ਤੋਂ ਪੈਂਡਿੰਗ ਹੈ, ਉਹਨੂੰ ਅਸੀਂ ਕੰਮ ਕਰਕੇ ਦਿਖਾਵਾਂਗੇ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਤਿੰਨੋਂ ਉਮੀਦਵਾਰ ਸਾਫ਼ ਕਰ ਰਹੇ ਨੇ ਕਿ ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਕੋਈ ਸਮਝੌਤਾ ਨਹੀਂ ਹੈ। ਇਸ ਸਭ ਦਰਮਿਆਨ ਹੁਣ ਕਾਂਗਰਸ ਨੇ ਵੀ ਆਪਣੇ ਪਲੇਅਰਸ ਮੈਦਾਨ 'ਚ ਉਤਾਰ ਦਿੱਤੇ ਨੇ। ਕਾਂਗਰਸ ਨੇ ਤਿੰਨੋਂ ਅਹੁਦਿਆਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਲਈ ਗੁਰਪ੍ਰੀਤ ਗਾਬੀ, ਸਚਿਨ ਗਾਲਿਬ ਅਤੇ ਨਿਰਮਲਾ ਦੇਵੀ ਨੂੰ ਮੈਦਾਨ 'ਚ ਉਤਾਰ ਦਿੱਤਾ ਹੈ ਅਤੇ ਕਾਂਗਰਸ ਵੱਲੋਂ ਵੀ ਆਪਣੀ ਜਿੱਤ ਦੇ ਦਾਅਵੇ ਠੋਕੇ ਜਾ ਰਹੇ ਨੇ।
उनके इंचार्ज चंडीगढ़ के अंदर तब आते हैं जब इलेक्शन होने वाला होता है मेयर का, तो वो मात्र अपने आप को ठगा हुआ महसूस करते हैं उनके लोकल पार्षद हैं, इसलिए उनसे असंतुष्ट हैं, वो भी हमारा साथ देंगे। भाजपा के अंदर भाजपा जोड़ तोड़ की राजनीति के ऊपर चलती है, पैसों की राजनीति के ऊपर चलती है और दोनों हाथों से पिछले 10 साल से कॉर्पोरेशन को लगातार लूट रही है, उसका शोषण कर रही है। तो वहाँ के भी जो पार्षद जो चंडीगढ़ का विकास चाहते हैं वो हमें वोट करेंगे, वो हमारे संपर्क में भी हैं। ਤੁਸੀਂ ਦੇਖੋਗੇ 11 ਪਾਰਸ਼ਦ ਉਹਨਾਂ ਦੇ ਬਚੇ ਹੋਏ, ਉਹਨਾਂ ਚੋਂ ਸਿਰਫ ਮਾत्र 9 ਪਾਰਸ਼ਦ हैं जो पंजाब ਉਹਨਾਂ ਦੇ ਕੋਲ ਜਾ ਕਰਕੇ ਪਹੁੰਚੇ, 2 ਪਾਰਸ਼ਦ ਹਜੇ ਵੀ ਗੈਪ ਹੈ। ਉਧਰ ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਆંકੜਿਆਂ ਦੀ ਗੇਮ ਸਮਝੀਏ ਤਾਂ ਚੰਡੀਗੜ੍ਹ ਨਗਰ ਨਿਗਮ 'ਚ ਕੁੱਲ 35 ਚੁਣੇ ਹੋਏ ਕੌਂਸਲਰ ਨੇ। ਮੇਅਰ ਦੀ ਚੋਣ ਦੌਰਾਨ ਚੰਡੀਗੜ੍ਹ ਦੇ ਸਾਂਸਦ ਦੀ ਵੋਟ ਵੀ ਵੈਧ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ 9 ਕੌਂਸਲਰ ਨਾਮਜ਼ਦ ਹੁੰਦੇ ਨੇ ਜਿਨ੍ਹਾਂ ਕੋਲ VOTING ਦਾ ਅਧਿਕਾਰ ਨਹੀਂ ਹੁੰਦਾ। ਇਸ ਤਰ੍ਹਾਂ ਕੁੱਲ ਵੈਧ ਵੋਟਾਂ ਦੀ ਗਿਣਤੀ 36 ਬਣਦੀ ਹੈ। ਹੁਣ ਤੱਕ ਇਹਨਾਂ 36 ਵੋਟਾਂ 'ਚ ਭਾਜਪਾ ਕੋਲ 16, ਆਮ ਆਦਮੀ ਪਾਰਟੀ ਕੋਲ 13 ਵੋਟਾਂ ਸਨ, ਪਰ ਹੁਣ ਆਮ ਆਦਮੀ ਪਾਰਟੀ ਦੇ 2 ਕੌਂਸਲਰ ਪਾਰਟੀ ਛੱਡਣ ਤੋਂ ਬਾਅਦ ਭਾਜਪਾ ਦੇ ਕੋਲ 18 ਅਤੇ ਆਮ ਆਦਮੀ ਪਾਰਟੀ ਕੋਲ 11 ਵੋਟਾਂ ਰਹਿ ਗਈਆਂ। ਕਾਂਗਰਸ ਕੋਲ 6 ਕੌਂਸਲਰ ਨੇ ਅਤੇ ਸਾਂਸਦ ਮਨੀਸ਼ ਤਿਵਾੜੀ ਦੀ ਵੋਟ ਮਿਲਾ ਕੇ 7 ਵੋਟਾਂ ਬਣਦੀਆਂ। ਮੇਅਰ ਬਣਨ ਦੇ ਲਈ ਕੁੱਲ 19 ਵੋਟਾਂ ਦੀ ਲੋੜ ਹੁੰਦੀ ਹੈ ਅਤੇ ਭਾਜਪਾ ਕੋਲ ਇਸ ਸਮੇਂ 18 ਵੋਟਾਂ ਨੇ। ਪਰ ਪਿਛਲੀ ਵਾਰ ਵਾਂਗ ਜੇਕਰ ਗੱਠਜੋੜ ਦੀ ਕ੍ਰਾਸ ਵੋਟਿੰਗ ਹੋਈ ਤਾਂ ਬੀਜੇਪੀ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਦੇ ਨਾਲ ਡਿਪਟੀ ਮੇਅਰ ਵੀ ਬਣਾ ਸਕਦੀ ਹੈ। ਪਰ ਫਿਲਹਾਲ ਇਹ ਟੁੱਟਿਆ ਗੱਠਜੋੜ ਮੇਅਰ ਚੋਣਾਂ ਤੋਂ ਪਹਿਲਾਂ ਪੂਰਾ ਖੇਲਾ ਕਰਦਾ ਨਜ਼ਰ ਆ ਰਿਹਾ ਹੈ ਅਤੇ ਬੀਜੇਪੀ ਦੇ ਲਈ ਇਹ ਸੰਜੀਵਨੀ ਬੂਟੀ ਸਾਬਤ ਹੋ ਰਿਹਾ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਤਾਂ ਵਾਕਈ ਚੰਡੀਗੜ੍ਹ ਮੇਅਰ ਚੋਣਾਂ ਤੋਂ ਪਹਿਲਾਂ ਕਿਤੇ ਨਾ ਕਿਤੇ ਪੂਰਾ ਤਰੀਕੇ ਨਾਲ ਖੇਲਾ ਹੋ ਗਿਆ, ਕਿਉਂਕਿ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਟੁੱਟ ਚੁੱਕਿਆ ਹੈ ਅਤੇ ਬੀਜੇਪੀ ਲਈ ਕਿਤੇ ਨਾ ਕਿਤੇ ਸੰਜੀਵਨੀ ਬੂਟੀ ਸਾਬਿਤ ਹੋ ਰਿਹਾ। ਪਰ ਬੀਜੇਪੀ ਨੂੰ ਹਾਲੇ ਵੀ ਇੱਕ ਕੌਂਸਲਰ ਦੀ ਵੋਟ ਦੀ ਲੋੜ ਹੈ, ਪਰ ਜੇਕਰ ਕ੍ਰਾਸ ਵੋਟਿੰਗ ਹੁੰਦੀ ਹੈ ਤਾਂ ਹੀ ਬੀਜੇਪੀ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾ ਪਾਵੇਗੀ। ਖੈਰ, ਗੱਲ ਹੋਵੇਗੀ ਹੁਣ ਸਿਹਤ ਕ੍ਰਾਂਤੀ ਦੀ। ਪੰਜਾਬ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਯੋਜਨਾ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਕੈਸ਼ਲੈਸ ਇਲਾਜ ਮਿਲੇਗਾ ਅਤੇ ਇਸ ਯੋਜਨਾ ਦਾ ਲਾਭ ਲੈਣ ਲਈ ਨਾ ਤਾਂ ਕੋਈ ਆਮਦਨ ਦਾ ਚੱਕਰ ਹੈ ਅਤੇ ਨਾ ਹੀ ਕੋਈ ਉਮਰ ਸੀਮਾ। ਪੰਜਾਬ ਦਾ ਕੋਈ ਵੀ ਵਿਅਕਤੀ ਜਿਸ ਕੋਲ ਵੋਟਰ ਕਾਰਡ ਜਾਂ ਆਧਾਰ ਕਾਰਡ ਹੈ ਉਹ ਇਸ ਯੋਜਨਾ ਦਾ ਲਾਭ ਲੈ ਸਕੇਗਾ। ਚੁਣਾਵੀ ਸਾਲ, ਸਿਹਤ ਤੇ ਜ਼ੋਰ। ਕੀ ਸਿਹਤ ਬੀਮਾ ਯੋਜਨਾ ਦੇ ਨਾਲ ਮੁੱਕੇਗਾ ਸਵਾਲਾਂ ਦਾ ਸ਼ੋਰ? ਸਿਹਤ ਕ੍ਰਾਂਤੀ ਨੂੰ ਪੂਰਾ ਕਰ ਰਹੀ ਸਰਕਾਰ। ਕੀ ਸਿਹਤ ਸਹੂਲਤਾਂ ਨੂੰ ਮਿਲੇਗੀ ਰਫ਼ਤਾਰ? ਤਾਂ ਇਹ ਸਵਾਲ ਇਸ ਲਈ ਕਿਉਂਕਿ ਮੁਫਤ ਯੋਜਨਾਵਾਂ ਨੂੰ ਲੈ ਕੇ ਤੀਰ ਦਾਗ ਰਹੇ ਵਿਰੋਧੀਆਂ ਦੇ ਸਵਾਲਾਂ ਦਰਮਿਆਨ ਹੁਣ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੇ ਸਿਹਤ ਕ੍ਰਾਂਤੀ ਨੂੰ ਵੱਡਾ ਹੁਲਾਰਾ ਦਿੰਦਿਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲਾਂਚ ਕਰ ਦਿੱਤਾ ਹੈ ਤੇ ਲੋਕਾਂ ਦੇ ਵਿੱਚ ਇਸ ਯੋਜਨਾ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਉਤਸ਼ਾਹ ਹੈ, ਇਸ ਦੀ ਗਵਾਹੀ ਦਿੰਦਿਆਂ ਨੇ ਇਹ ਤਸਵੀਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਜਨਤਾ ਦੇ ਵਿੱਚ ਜੋਸ਼ ਤੇ ਆਮ ਆਦਮੀ ਪਾਰਟੀ ਦੀ ਪਿੱਠ ਥਾਪੜ ਰਹੀ ਜਨਤਾ ਸਾਫ਼ ਗਵਾਹੀ ਦੇ ਰਹੀ ਹੈ ਕਿ ਇਹ ਯੋਜਨਾ ਸਿਹਤ ਕ੍ਰਾਂਤੀ ਦੀ ਪ੍ਰਣਾਲੀ ਦੇ ਵਿੱਚ ਵੱਡਾ ਕਦਮ ਹੈ ਤੇ ਹੁਣ ਇਸ ਯੋਜਨਾ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਅੱਜ ਤੋਂ 10 ਲੱਖ ਰੁਪਏ ਦਾ ਮੁਫਤ ਇਲਾਜ ਮਿਲੇਗਾ। ਮੋਹਾਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਯੋਜਨਾ ਦੀ ਸ਼ੁਰੂਆਤ ਕਰਦਿਆਂ ਦਮ ਭਰਦਿਆਂ ਕਿਹਾ ਹੈ ਕਿ ਇਸ ਦੇ ਵਿੱਚ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਤੇ ਨਾ ਹੀ ਉਮਰ ਦੀ ਕੋਈ ਸੀਮਾ ਤੇ ਇਸ ਯੋਜਨਾ ਦੇ ਨਾਲ ਕਰੀਬ 65 ਲੱਖ ਪਰਿਵਾਰਾਂ ਦੇ ਤਕਰੀਬਨ 3 ਕਰੋੜ ਪੰਜਾਬੀਆਂ ਨੂੰ ਫਾਇਦਾ ਹੋਵੇਗਾ। ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ, ਉਹ ਚਾਹੇ ਆਪ ਚਲਾ ਜਾਵੇ, ਆਧਾਰ ਕਾਰਡ ਲੈ ਜੇ, ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚ ਜੇ, ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ। ਉਹ ਜਿੱਦੋਂ ਮਰਜ਼ੀ ਆ ਜੇ, ਕੋਈ ਪੈਸਾ ਨਹੀਂ, ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਦਾ। ਇਹਦੇ ਵਿੱਚ ਸਾਰੀਆਂ ਬਿਮਾਰੀਆਂ ਇਹਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਹਿੰਦੇ ਆਪਾਂ, ਚਾਹੇ ਕਿਡਨੀ ਨਾਲ ਰਿਲੇਟਡ ਹੈ, ਕੋਈ ਡਾਇਲਿਸਿਸ ਦਾ ਬਹੁਤ ਜ਼ਿਆਦਾ ਅੱਜ ਕੱਲ੍ਹ ਸਾਡੇ ਕੋਲ ਡਿਮਾਂਡ ਡਾਇਲਿਸਿਸ ਮਸ਼ੀਨਾਂ ਦੀ ਆ ਰਹੀ ਹੈ, ਕਿਡਨੀ ਟ੍ਰਾਂਸਪਲਾਂਟ ਵੀ ਇਹਦੇ ਵਿੱਚ ਸ਼ਾਮਲ ਹੈ, ਦਿਲ ਨਾਲ ਸੰਬੰਧਿਤ ਬਿਮਾਰੀਆਂ ਸਾਰੀਆਂ, ਕੈਂਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਅਲਾਮਤ ਬਣਿਆ ਹੋਇਆ ਉਹਦਾ ਵੀ ਇਲਾਜ ਇਹਦੇ ਵਿੱਚ ਸੰਮਤ ਹੈ। ਤੇ ਆਮ ਤੌਰ ਤੇ ਬਜ਼ੁਰਗਾਂ ਦੇ ਕਹਿੰਦੇ ਆ ਕਿ ਗੋਡੇ ਬਦਲਾ ਲਓ ਜੀ,
ਹੈ ਨਾ, ਕਿਸੇ ਦਾ ਚੂੜਾ ਟੁੱਟ ਗਿਆ, ਉਹ ਸਾਰਾ ਕੁਝ ਇਹਦੇ 'ਚ ਸ਼ਾਮਲ ਹੈ ਜੀ। ਹੱਡੀਆਂ ਨਾਲ ਰਿਲੇਟਡ ਜੱਚਾ ਬੱਚਾ ਜਿਹੜਾ ਸਾਡਾ ਆਉਣ ਵਾਲੀ ਜਨਰੇਸ਼ਨ ਨੇ ਹਸਪਤਾਲ 'ਚ ਜਨਮ ਲੈਣਾ ਹੈ, ਬਹੁਤ ਸਾਰੇ ਅੱਜ ਵੀ ਇਹੋ ਜਿਹੇ ਕੇਸ ਸਾਹਮਣੇ ਆਉਂਦੇ ਕਿ ਹਸਪਤਾਲ ਨਹੀਂ ਪਹੁੰਚ ਸਕੇ ਜਾਂ ਦਵਾਈਆਂ ਪ੍ਰੋਪਰ ਨਹੀਂ ਮਿਲੀਆਂ, ਪੀੜੀਆ ਹੋ ਗਿਆ ਬੱਚਿਆਂ ਨੂੰ, ਬਾਅਦ 'ਚ ਕੇਅਰ ਨਹੀਂ ਹੋ ਸਕੀ ਜਾਂ ਕੋਈ ਬਿਮਾਰੀ ਇੱਦਾਂ ਦੀ ਹੋ ਗਈ ਜਿਹੜੀ ਜੈਨੇਟਿਕ ਸੀ, ਜਿਹੜੀ ਮਾਂ ਦੇ ਪੇਟ 'ਚ ਬਿਮਾਰੀ ਆਈ ਤੇ ਉਹਦਾ ਇਲਾਜ ਬਹੁਤ ਮਹਿੰਗਾ ਹੈ। ਸੋ ਇਸ ਤਰ੍ਹਾਂ ਦੀ ਬਹੁਤ ਸਾਰੀ ਐਗਜ਼ਾਮਪਲਾਂ ਸਾਡੇ ਕੋਲ ਆਉਂਦੀਆਂ। ਹੁਣ ਉਹ ਇੱਦਾਂ ਦਾ ਤੁਹਾਨੂੰ ਕੋਈ खबर सुनने में नहीं मिलूगी। जब मैं और मान साहब चुनाव के लिए प्रचार के लिए जाया करते थे तो हम गारंटी देते थे। उस टाइम कहते थे केजरीवाल की गारंटी, उसमें एक गारंटी होती थी सेहत की, कि पंजाब के हर व्यक्ति के लिए, हर नागरिक के लिए, पंजाब के रहने वाले हर व्यक्ति के लिए मुफ्त और अच्छी सेहत का इंतजाम करेंगे। लोगों को यकीन नहीं होता था। उन दिनों में कांग्रेस की सरकार थी, उन दिनों में कैप्टन साहब मुख्यमंत्री थे, फिर चन्नी साहब मुख्यमंत्री थे। वो कहते थे खजाना खाली है, वो कहते थे घाटे में चल रही है सरकार, वो कहते थे सरकार के पास पैसा नहीं है, वो कहते थे ये केजरीवाल घूम घूम के झूठी बातें कर रहा है कि फ्री बिजली देंगे, फ्री सेहत देंगे, फ्री शिक्षा देंगे। हो ही नहीं सकता, पैसा ही नहीं है। करके दिखा दिया, फ्री बिजली दे दी, अच्छे स्कूल बन रहे हैं, आज फ्री सेहत का भी इंतजाम शुरू से ही कर दिया था शुरू। आज तो बहुत बड़ा कदम है। पिछले 4 साल के अंदर हमने लगभग 1000 मोहल्ला क्लिनिक बनाया, गांव-गांव के अंदर, मोहल्ले के अंदर। कई बार ऐसी बीमारी हो जाती है कि आदमी को प्राइवेट अस्पताल में जाना पड़ जाता है। कई लोग ऐसे हैं जो प्राइवेट अस्पताल में अपना इलाज कराना चाहते हैं। आज एक ऐसी स्कीम लागू की जा रही है, पंजाब के बेस्ट से बेस्ट, जो आपके सबसे शानदार सरकारी अस्पताल हैं, जहां अमीर से अमीर लोग जाके आप इलाज कराते हैं, वहाँ हमारा गरीब से गरीब किसान और मजदूर और रिक्शे वाला, गरीब से गरीब आदमी जाके इलाज करा सकता है। तो ये 10 लाख का इंश्योरेंस है। आप किसी भी अस्पताल में चले जाना, प्राइवेट में मन करे प्राइवेट में चले जाना। वैसे हमने सारा ठीक करना चालू कर दिया, थोड़े दिन में सरकारी अस्पताल प्राइवेट से भी अच्छे हो जाएंगे। लेकिन अब आपका प्राइवेट में मन करे प्राइवेट में चले जाना, सरकारी में मन करे सरकारी में चले जाना, कहीं भी चले जाना। बड़ी से बड़ी बीमारी, छोटी से छोटी बीमारी, 10 लाख रुपए तक की सारी दवाइयां, सारे टेस्ट, जैसे ही आप एडमिट होगे सब कुछ फ्री है, आपसे कुछ नहीं पूछा जाएगा, केवल आप अपना वो हेल्थ कार्ड लेंगे। ਇਹੀ ਨਹੀਂ, ਯੋਜਨਾ ਦੀ ਲਾਂਚਿੰਗ ਦੇ ਵੇਲੇ ਸਰਕਾਰ ਦੇ ਕਾਰਜਕਾਲ ਦੀ ਪਿੱਠ ਥਾਪੜਦਿਆਂ ਕੇਜਰੀਵਾਲ ਦੀ ਦਲੀਲ ਰਹੀ ਕਿ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਹੈ ਉਹ ਸ਼ਾਇਦ 1950 ਦੇ ਵਿੱਚ ਹੀ ਹੋ ਜਾਣਾ ਚਾਹੀਦਾ ਸੀ। ਆਜ਼ਾਦੀ ਤੋਂ ਬਾਅਦ 75 ਸਾਲਾਂ ਦੇ ਵਿੱਚ ਕਈ ਸਰਕਾਰਾਂ ਆਈਆਂ, ਪਰ ਕਿਸੇ ਨੇ ਲੋਕਾਂ ਦੀ ਸੱਚੀ ਚਿੰਤਾ ਨਹੀਂ ਕੀਤੀ। ਪਰ ਪਿਛਲੇ ਸਾਲਾਂ ਦੇ ਵਿੱਚ ਜੋ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹ ਸੁਨਹਿਰੇ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਹੈ ਕਿ ਹੁਣ ਕੋਈ ਵੀ ਪੰਜਾਬੀ ਬਿਮਾਰੀ ਦੇ ਕਾਰਨ ਨਹੀਂ ਮਰੇਗਾ। ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਇਹ ਸਕੀਮ ਹਰ ਕਿਸੇ ਦੇ ਲਈ ਹੈ। ਅਸੀਂ ਨਾ ਕਾਂਗਰਸੀ ਵੇਖਦੇ ਹਾਂ ਨਾ ਅਕਾਲੀ, ਸਭ ਨੂੰ ਇਸ ਦਾ ਲਾਭ ਮਿਲੇਗਾ ਤੇ ਲੋਕ ਸਰਕਾਰੀ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਇਲਾਜ ਕਰਵਾ ਸਕਣਗੇ। ਜਦਕਿ ਸੀਐਮ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦੀਆਂ ਸਕੀਮਾਂ ਬਹਾਨੇ ਵੀ ਕੇਂਦਰ ਤੇ ਨਿਸ਼ਾਨੇ ਸਾਧੇ। ਮੁੱਖ ਮੰਤਰੀ ਦਾ ਮੁੱਖ ਸੇਵਾਦਾਰ ਹੁੰਦਾ ਹੈ, ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ। ਇੰਨੇ ਬਾਲੇ ਨੇ ਇਹ ਸੇਵਾ ਕਰਨ ਵਾਸਤੇ, ਮਤਲਬ ਮੈਨੂੰ ਸੇਵਾ ਦਿਓ, ਮੈਨੂੰ ਸੇਵਾ ਦਿਓ। ਸੇਵਾ ਹੈ ਹੀ ਨਹੀਂ। ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ, ਸੇਵਾ ਥੋੜਾ ਜਿਹਾ ਉੱਤੋਂ ਡੰਡੀ ਜੀ ਕੱਢਦੀ, ਮੇਵਾ ਹੈ ਸਮਝੋ, ਮੇਵਾ ਪਾੜਦੇ ਨੇ। ਮੈਂ ਮੁੱਖ ਮੰਤਰੀ ਬਣ ਜਾਊਗਾ, ਮੈਂ ਆਹ ਕਰ ਦੂੰਗਾ, ਮੈਂ ਕਰਕੇ ਮੁੱਖ ਮੰਤਰੀ ਬਣ ਕੇ ਕੋਈ ਮੈਂ ਤੁਹਾਨੂੰ ਦੱਸ ਦੇਣਾ, ਜੇ ਸੱਚੇ ਦਿਲੋਂ ਤੁਸੀਂ ਕੇਜਰੀਵਾਲ ਸਾਹਿਬ ਬੈਠੇ ਆ, ਸਾਡੇ ਡਿਪਟੀ ਸੀਐਮ ਰਹੇ ਆ ਮਨੀਸ਼ ਸਿਸੋਦੀਆ ਸਾਹਿਬ ਬੈਠੇ ਆ, ਸੋ ਅਸੀਂ ਉਹ ਆਉਂਦੇ ਨਿਭਾਏ ਹੋਏ ਨੇ ਜਾਂ ਨਿਭਾ ਰਹੇ ਹਾਂ। ਬਹੁਤ ਹੀ ਮਤਲਬ ਜ਼ਿੰਮੇਵਾਰੀ ਵਾਲਾ ਆਉਂਦਾ ਹੈ। ਮਤਲਬ ਮੁੱਖ ਮੰਤਰੀ ਸੌ ਨਹੀਂ ਸਕਦਾ ਆਪਣੀ ਮਰਜ਼ੀ ਨਾਲ, ਕੀ ਪਤਾ ਕਿੱਥੇ ਕੀ ਹੋ ਗਿਆ, ਸਾਰੇ ਵਾਸਤੇ ਜ਼ਿੰਮੇਵਾਰ ਤੁਸੀਂ ਹੋ। ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ, ਹਨਾ, ਸਾਰਿਆਂ ਹੁਣ ਵਿਰੋਧੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ, ਲੋਕਾਂ ਦੇ ਸਵਾਲਾਂ ਦੇ ਜਵਾਬ ਸਾਰੇ ਦੇਣੇ ਪੈਂਦੇ। ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ? ਇਹ ਤੋਂ ਪਹਿਲਾਂ ਬਣਾਏ ਤਾਂ ਹੈਗੇ ਸੀ, ਇਹ ਕਿਹੜਾ ਨਵੇਂ ਨੇ? ਹਾਂਜੀ 12-5 ਹਾਂ, ਉਹਦੀ ਦਵਾਈ ਵੀ ਵਿੱਚ ਹੈਗੀ ਨਾ। ਲਿਖਿਆ ਹੋਇਆ मैं पढ़ता सी, मेंटल हेल्थ भी लिखा हुआ है, दिमागी तवाजुन, दिमागी संतुलन खराब हो गया, वो इलाज हैगा, वो कार्ड उन्होंने भी बनावांगे। मैं तो दसी जाना टब्बरां दे बनाने पैणगे ना, और ये वास्ते जिम्मेवार मैं नहीं है, जिम्मेवार तुसी हो, तुसी कीता सारा है, ठीक है।
ਸੋ ਉਹਨਾਂ ਦਾ ਇਸ ਲੜੀ ਜਾਂਦੇ ਆ, ਉਹ ਤੂੰ ਨਹੀਂ ਔਰ ਮੈਂ ਨਹੀਂ, ਉਹ ਤੂੰ ਇਧਰੋਂ ਆ ਮੈਂ ਇਧਰੋਂ ਆ। ਅਸੀਂ ਕਹਿੰਦੇ ਜੀ ਅਸੀਂ ਸਾਰੇ ਪੰਜਾਬ ਤੋਂ, ਅਸੀਂ ਤਾਂ ਸਾਰੇ ਪੰਜਾਬੀ ਆ, ਅਸੀਂ ਤਾਂ ਸਾਰੇ ਦੇਸ਼ ਨੂੰ ਢਿੱਡ ਭਰਨ वाले पंजाबी हाँ, ਅਸੀਂ सारे देश की रक्षा करने वाले पंजाबी हाँ। आज हम लोगों ने ये नई स्कीम चालू की है 10 लाख रुपए की, अभी ये शुरू हुई है, 1 घंटे में देखना ये सारे गालियां देने बैठ जाएंगे। अरे यार कुछ अच्छा हो रहा है उसकी तो तारीफ कर दो। कांग्रेस वालों, बीजेपी वालों, अकाली दल वालों, अच्छा ही हो रहा है पंजाब के लिए। 10 लाख रुपए का सबको इलाज मिलेगा, कुछ तो तारीफ कर दो। भगवंत मान की, अरविंद केजरीवाल की, सबकी तारीफ कर दो ना। अच्छा चलो उनका भी इलाज होगा इस स्कीम में, उनके परिवार के लोगों का भी इलाज होगा इस स्कीम में। हमने कहा कोई एक्सक्लूजन क्राइटेरिया, इसमें ये नहीं लिखा कि कांग्रेसियों का नहीं होगा, इसमें ये भी नहीं लिखा अकालियों का नहीं होगा, सबका इलाज होगा, सबका। भगवान सबको खुश रखे, हम तो ये चाहते हैं। अब देखना वो सारे के सारे इसको भी क्रिटिसाइज करेंगे। वो पंजाब से प्यार नहीं करते, वो पंजाबियों से प्यार नहीं करते। ਹਾਲਾਂਕਿ ਮੁੱਖ ਮੰਤਰੀ ਸਿਹਤ ਬੀਮਾ ਦੇ ਲਾਭ ਦੀ ਗੱਲ ਕਰੀਏ ਤਾਂ ਇਸ ਦੇ ਤਹਿਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਫ੍ਰੀ। ਪੰਜਾਬ ਦੇ ਹਰ ਵਰਗ ਨੂੰ ਮਿਲੇਗਾ ਲਾਭ। ਆਮ ਨਾਗਰਿਕ, ਪੈਨਸ਼ਨ ਜਾਂ ਸਰਕਾਰੀ ਮੁਲਾਜ਼ਮ ਹੋਵੇ, ਹਰ ਕੋਈ ਇਸ ਦੀ ਸਹੂਲਤ ਲਵੇਗਾ। 3 ਕਰੋੜ ਲੋਕ 65 ਲੱਖ ਪਰਿਵਾਰਾਂ ਨੂੰ ਮਿਲੇਗਾ ਫਾਇਦਾ। ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਲਾਜ਼ਮੀ। ਸਕੀਮ ਦੇ ਵਿੱਚ ਸਾਰੀ ਐਮਰਜੈਂਸੀ ਕੇਅਰ ਤੇ ਕ੍ਰੋਨਿਕ ਕੇਅਰ, ਕਰੀਬ 2200 ਮੈਡੀਕਲ ਸਹੂਲਤ ਸ਼ਾਮਲ। 1 ਲੱਖ ਰੁਪਏ ਤੱਕ ਦਾ ਖਰਚਾ ਬੀਮਾ ਕੰਪਨੀ ਚੁੱਕੇਗੀ। 9 ਲੱਖ ਰੁਪਏ ਦਾ ਖਰਚਾ ਸਟੇਟ ਹੈਲਥ ਏਜੰਸੀ ਦੇ ਵੱਲੋਂ ਕੀਤਾ ਜਾਵੇਗਾ। ਤਾਂ 10 ਲੱਖ ਰੁਪਏ ਤੱਕ ਦਾ ਮੁਫਤ ਕੈਸ਼ਲੈਸ ਇਲਾਜ। ਸਾਫ਼ ਕਰ ਰਿਹਾ ਹੈ ਕਿ ਪੰਜਾਬ ਦੇ ਅੰਦਰ ਹੁਣ ਆਮ ਆਦਮੀ ਪਾਰਟੀ ਦੀ ਹੁਕਮਾਨ ਸਰਕਾਰ ਦਾ ਸਿੱਧਾ ਫੋਕਸ ਸਿਹਤ ਤੇ ਹੈ ਤੇ ਚੁਣਾਵੀ ਸਾਲ ਦੇ ਵਿੱਚ ਹੁਣ ਸਰਕਾਰ ਸਿਹਤ ਨੂੰ ਲੈ ਕੇ ਇਹ ਵੱਡਾ ਕਦਮ ਪੁੱਟ ਰਹੀ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਤਾਂ ਇਸ ਸਭ ਵਿਚਾਲੇ ਵੱਡੀ ਖਬਰ ਦਾ ਰੁਕ ਕਰਾਂਗੇ। ਕਾਂਗਰਸ ਦੇ ਅੰਦਰ ਜਾਤੀਵਾਦ ਕਲੇਸ਼ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ। ਦਿੱਲੀ 'ਚ ਹਾਈ ਕਮਾਨ ਨਾਲ ਮੀਟਿੰਗ ਹੋਈ ਹੈ। ਚਰਨਜੀਤ ਚੰਨੀ ਦੇ ਜਾਤੀਵਾਦ ਵਾਲੇ ਬਿਆਨ ਤੋਂ ਬਾਅਦ ਇਹ ਮੀਟਿੰਗ ਸੱਦੀ ਗਈ ਸੀ। ਐਮਪੀ ਰੰਧਾਵਾ ਅਤੇ ਡਾਕਟਰ ਅਮਰ ਸਿੰਘ ਇਸ ਮੀਟਿੰਗ 'ਚ ਮੌਜੂਦ ਰਹੇ। ਤਾਂ ਵੱਡੀ ਖਬਰ ਹੈ, ਦੱਸਦੇ ਕਿ राष्ट्रीय अध्यक्ष खड़गे जी और लोकसभा के नेता आदरणीय राहुल जी, वेणुगोपाल जी पंजाब के सीनियर मोस्ट लीडर से मीटिंग की और 3 घंटा लगातार गंभीर विचार विमर्श किया गया और आने वाले 1 वर्ष में जो हमारी पार्टी की गतिविधि होगी उसके बारे में हमारे पंजाब के नेताओं ने बहुत ही बढ़िया सुझाव हाईकमान को दिया और हाईकमान से रिक्वेस्ट भी किया कि आने वाले समय में अभी मनरेगा महासंग्राम चल रहा है, उसमें वो कार्यक्रम दें। ये रिक्वेस्ट हमारे स्टेट लीडरशिप की तरफ से गया है। दूसरी बात यह है कि पंजाब की जनता, पंजाब के कार्यकर्ता सभी चाहते हैं कि कांग्रेस की सरकार बने, क्योंकि पंजाब एक ऐसा राज्य है जो देश के लिए बहुत महत्वपूर्ण है, सीमावर्ती राज्य है और इसलिए इस देश के लिए सबसे महत्वपूर्ण सूबा हो जाता है। और ऐसे में हमारी जिम्मेदारी, महती जिम्मेदारी बनती है कांग्रेस जनों की कि देश की जो आवाज़ है उसको सुने और उसके अनुरूप हम लोगों को काम करें। और किसी प्रकार के जो कोई बात हो, पार्टी लीडर के बीच में कोई बात हो तो निश्चित रूप से हाईकमान तक के पहुँचाए। कोई भी कांग्रेस के कार्यकर्ता हाईकमान से मिलने के लिए एक एक करके मिल सकते हैं, वो आवेदन करें, उसको मिलने का समय दिया जाएगा, लेकिन ग्रुपिज्म उसको बर्दाश्त नहीं किया जाएगा। अनुशासनहीनता के लिए बहुत कड़े निर्देश हमारे नेताओं ने दिया है कि ये जो अनुशासनहीनता है उसको बर्दाश्त किसी कीमत पे नहीं किया जाएगा। बघेल साहब मानते हैं सर, आप 2027 में विधानसभा चुनाव में कांग्रेस पार्टी सामूहिक नेतृत्व में, कलेक्टिव लीडरशिप में जाएगी या फेस कोई कांग्रेस पार्टी? देखिए, कलेक्टिव लीडरशिप में लड़ेंगे। हमारे जो चेहरा है आदरणीय मल्लिकार्जुन खड़गे जी हैं, आदरणीय राहुल जी हमारे चेहरे हैं, उसके नेतृत्व में हम चुनाव लड़ेंगे। सर, एक असम को लेकर हेमंत विश्व शर्मा ने कहा है कि प्रियंका गांधी को असम इसलिए भेजा गया क्योंकि केरल से दूर रखना चाहते राहुल गांधी उन्हें। वेणु सर ओके हाउ डू यू रिस्पॉन्ड? और पंजाब के मामले में बीसीसी ओके, चलो हमारा लीडर परफेक्ट। भाजपा जी ओके, पूरा पंजाब एक ही साथ है।
ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਿੱਲੀ ਦੀਆਂ। ਇਹ ਤਸਵੀਰਾਂ ਨੇ ਸਿੱਧਾ ਤੌਰ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਕਹਿ ਚੁੱਕੇ ਨੇ ਕਿ ਕਾਂਗਰਸ ਪੂਰੇ ਤਰੀਕੇ ਨਾਲ ਇਕਜੁੱਟ ਹੈ ਅਤੇ 2027 ਦੀਆਂ ਚੋਣਾਂ ਕਾਂਗਰਸ ਪਾਰਟੀ ਇਕੱਠੇ ਮਿਲ ਕੇ ਲੜੇਗੀ। ਤਾਂ ਸਿੱਧਾ ਤੌਰ ਤੇ ਜੋ ਕਿ ਚਰਨਜੀਤ ਸਿੰਘ ਚੰਨੀ ਦੇ ਜਾਤੀਵਾਦ ਕਲੇਸ਼ ਵਾਲੇ ਬਿਆਨ ਤੇ ਵੀ ਭੁਪੇਸ਼ ਬਘੇਲ ਨੇ ਸਾਫ਼ ਤੌਰ ਤੇ ਕਿਹਾ ਕਿ ਕਾਂਗਰਸ ਅੰਦਰ ਕਿਸੇ ਵੀ ਤਰੀਕੇ ਦੀ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਹੋਵੇਗੀ ਅਤੇ ਜੋ ਵੀ ਇਨਡਿਸਿਪਲਿਨ ਕਾਂਗਰਸ ਅੰਦਰ ਕ੍ਰੀਏਟ ਕਰੇਗਾ ਉਸ ਖਿਲਾਫ कार्रवाई जरूर होगी। ਤਾਂ ਸਾਫ਼ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਾਤੀਵਾਦ ਕਲੇਸ਼ ਵਾਲੇ ਬਿਆਨ ਤੇ ਹੁਣ ਸਿਆਸਤ ਜਿੱਥੇ ਲਗਾਤਾਰ ਗਰਮਾਈ ਹੋਈ ਹੈ ਤਾਂ ਹਾਈ ਕਮਾਂਡ ਦੀ ਵੀ ਇਸ ਤੇ ਪੂਰੇ ਤਰੀਕੇ ਨਾਲ ਨਜ਼ਰ ਹੈ ਅਤੇ ਹੁਣ ਹਾਈ ਕਮਾਂਡ ਦਾ ਕਹਿਣਾ ਹੈ ਕਿ ਕਾਂਗਰਸ ਅੰਦਰ ਜੋ ਵੀ ਅਨੁਸ਼ਾਸਨਹੀਨਤਾ ਕਰੇਗਾ ਉਸ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ। ਤਾਂ ਹੁਣ ਗੱਲ ਹੋਵੇਗੀ 1984 ਕਦੋਂ ਮਿਲੇਗਾ ਇਨਸਾਫ ਦੀ। लगभग 42 साल हो गए पीड़िता नूं इंसाफ दा इंतजार है। हर बार कोर्ट दी तारीख पैंदी है, हर बार पीड़िता नूं इंसाफ दी उम्मीद बजदी है, पर इस बार वाली तारीख दी पीड़िता दे जख्मां ते लूण छिड़किया गया है। पर अदालती कानूनी चाराजोई है सवाल नहीं उठा सकते। दिल्ली दी राउस एवेन्यू कोर्ट ने सज्जन कुमार नूं दिल्ली 1984 सिख नस्ल कुशी नाल जुड़े 2 केसां च बरी कर दिता है। कोर्ट ने फैसला सुनाते हुए कहा कि इस मामले सज्जन कुमार की किसी भी तरह की भूमिका साबित नहीं हो सकी। मुझे तो बहुत दुख हुआ, हमारा परिवार जिंदा को चलाया, ऐसा लग रहा फिर हमारे लिए 84 आ गई। बहन बेटियों की इज्जत लूटने वाले अलग थे, माँ बेटियों के साथ उजाड़ने वाले अलग थे, घर बार लूटने वाले अलग थे। मेरे घर के 10 जने गए, जब हमारे लाशों के ढेर लगे हुए थे, हम लाशें कूद गए। सरकार ने हमारे साथ क्या कराई? ये क्यों बरी करा इसने सरकार ने? हम यही चाहते हैं इंसाफ। दर्द, नफरत, बदला, गुस्सा, बेबसी, बेचैनी ਅਤੇ ਬਰਬਾਦੀ ਦੀ ਉਹ ਕਾਲੀ ਦਾਸਤਾਨ ਹੈ ਜਿਸ ਦਾ ਹਰ ਕਤਰਾ, ਹਰ ਲਫ਼ਜ਼ ਖੂਨ ਦੀ ਸ਼ਾਹੀ 'ਚ ਡੁੱਬਿਆ ਹੈ। ਇਹ ਉਹ ਕਾਲੀ ਦਾਸਤਾਨ ਹੈ ਜਿੱਥੇ ਇਨਸਾਨ ਹੈਰਾਨ ਹੈ ਉਸ ਇਨਸਾਨ ਤੋਂ ਜੋ ਖੁਦ ਇਨਸਾਨੀ ਬਸਤੀਆਂ ਸਾੜਨ 'ਚ ਅੱਗੇ ਰਿਹਾ। ਇਹ ਉਹ ਕਾਲੀ ਦਾਸਤਾਨ ਹੈ ਜਿਸ ਦਾ ਜ਼ਿਕਰ 40 ਤੋਂ ਵੱਧ ਸਾਲ ਬਾਅਦ ਹੁੰਦੇ ਵੀ ਚਿਹਰਾ ਖੌਫ ਅਤੇ ਮਾਯੂਸੀ ਨਾਲ ਡੁੱਬ ਜਾਂਦਾ। बदले के नाम ते हवानियत दी दास्तान मंजर 31 अक्तूबर। 31 अक्तूबर दी तारीख किसे लिए जन्मदिन हो सकती, किसे लिए होर खुशी दी तारीख हो सकती, पर सैकड़ा जिंदगियां लिए वो अग ते खून दी तारीख है जिसने 84 नूं मुल्क दी तारीख अजिहे बदनुमा दंगियां दा रुख अख्तियार कीता जिस दी आहटां ते चीसां नूं अज भी सुनिया जा सकता है। हमारा परिवार मारा गया कि हिसाब दिया, इसको वापस बंद करो। हमारे परिवार का हमारे के लिए सजा दी थी इसको। हाय हाय हमारा परिवार मारा, हमारे 11 बंदे मारे गए। तो सज्जन कुमार ने कहा है कि वैसा सोच भी नहीं सकते। नहीं, सज्जन कुमार का हाथ है, मैंने खुद केस लड़ा, मैंने 84 का केस लड़ा है। सज्जन कुमार का हाथ है। ये सरकार भी झूठी है, सरकार भी सच्ची नहीं है। ये हम लोगों की कोई सुनाई नहीं कर रही है। हमारा क्या दोष था? अगर जिसने मारा है तो उनके पूरे परिवार को मार देते, हमें क्यों मारा? गरीबों को मारा। 707 गाड़ी है, टाटा हुआ भर के आए थे, किसके हाथ में डंडे थे, किसके हाथ में पेट्रोल था, किसके हाथ में टायर था, और हो करते हुए घूम रहे थे सिखों के बाद। अगर नजर आ गया एक सिख का कोई बच्चा जा रहा, पकड़ो पकड़ो पकड़ो, मारो इनको मारो। मेरे घर के 10 जने गए, जब हमारे लाशों के ढेर लगे हुए थे, हम लाशें कूद गए। सरकार ने हमारे साथ क्या करा? इन्होंने क्या करा? वो सज्जन कुमार तेरा घर के तेरे कख ना रहे, तेरा सज्जन कुमार तुम अपने बच्चे की फांसी लगा रहा यहाँ पर। वो जो ये झूठे हैं, ये तेरे गवाह ये झूठे हैं। सरकार सच्ची है, हम झूठे हैं। जो हमारे आदमियों को मार दिया, हम झूठे हैं। एक इंदिरा गांधी मरी थी, लाखों सिखों का कत्लेआम हो गया, लाखों सिखों का कत्लेआम हो गया। हजारां लोकां नूं मौत दे घाट उतारिया गया। जुल्म अते हैवानियत दा नंगा नाच कई दिन तक चलदा रहा अते मुल्क दी राजधानी दिल्ली सड़दी रही।
इंसाफ दी राह ते भी इन्ने पत्थर अते रोड़े कि तारीख ते तारीख पैंदी रही अते जख्म ते जख्म मिलते रहे अते आखिरकार हिंसा पीड़ितां नूं हुण मिली भी की तारीख अते जख्म अते जख्म ते लूण उस वेले छिड़किया ਜਦੋਂ 1984 ਦੇ ਸਿੱਖ ਨਸ਼ਲਕੁਸ਼ੀ ਦੌਰਾਨ ਦਿੱਲੀ ਦੇ ਵਿਕਾਸਪੁਰੀ ਅਤੇ ਜਨਕਪੁਰੀ 'ਚ ਹੋਏ ਕਤਲ ਦੇ ਮਾਮਲੇ 'ਚ ਕਾਂਗਰਸੀ ਲੀਡਰ ਸੱਜਣ ਕੁਮਾਰ ਬਰੀ ਕੀਤੇ ਗਏ। ਦਿੱਲੀ ਦੀ ਰਾਉ ਜ਼ਮੀਨੀ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਸੱਜਣ ਕੁਮਾਰ ਦੀ ਕਿਸੇ ਵੀ ਤਰੀਕੇ ਦੀ ਕੋਈ ਭੂਮਿਕਾ ਸਾਬਿਤ ਨਹੀਂ ਹੋਈ। ਅਦਾਲਤ ਨੇ ਮੰਨਿਆ ਕਿ ਮਾਮਲੇ 'ਚ ਕੋਈ ਠੋਸ ਸਬੂਤ ਨਹੀਂ ਮਿਲੇ, ਇਸ ਕਰਕੇ ਉਹਨਾਂ ਨੂੰ ਬਰੀ ਕੀਤਾ ਗਿਆ। ਹਾਲਾਂਕਿ ਜਿਨ੍ਹਾਂ ਮਾਮਲਿਆਂ 'ਚ ਪਹਿਲਾਂ ਸਜ਼ਾ ਹੋ ਚੁੱਕੀ ਹੈ ਉਹਨਾਂ ਵਿੱਚੋਂ ਜੇਲ੍ਹ ਵਿੱਚ ਹੀ ਰਹਿਣਗੇ। ਇਸ ਸਮੇਂ सज्जन कुमार उम्र कैद की सजा काट रहा है। इससे पूछा जाए जब कत्लेआम हो रहा था कहाँ पे था, इसे पूछा जाए। इसके ने बहुत हमारे साथ बेइंसाफ किया। नांगलोई, पीरागढ़ी, सुल्तानपुरी, इतना इसने बेशुमार इसने फूट गांव सारा इधर से आके टूट पड़ा सिखों पे। और आज तक हम उसी 84 को लेके आज तक हम गली गली में ये समझ लो कि भटक ही रहे। इंसाफ हमें सरकार ने क्यों नहीं दिया? इंसाफ के लिए तरह से पर ये इंसाफ होता है जो कत्ल करे और उसको बरी कर दो, ये इंसाफ है? बेइंसाफ है। हमें कोई इंसाफ नहीं मिले, नहीं हम आगे जाएंगे और इसको दो तो फिर आप फांसी दो। इसके अधिकार नहीं जीने का बिल्कुल नहीं है। सरकार देख सकते हो, कानूनी में इंक्वायरी कर सकते हो, उनके बच्चों से पूछ सकते हो, बिना पूछे भी आपने उसको बरी कर दिया। बहुत गलत किया है, हमारी जख्मों पे नमक छिड़क दिया है। ये तो पूरा दोषी है। 18 केस लगे हुए हैं इसके पर, कैसे दोषी नहीं था तो क्यों ये इतने दिनों से ये था बंद था? किस लिए बंद था? ये अंधी बेरी सरकार हमें इंसाफ क्यों नहीं दी? हमें तो चाहिए इंसाफ। हमारा परिवार मारा गया कि इंसाफ दिया, इसको वापस बंद करो। हमारे परिवार का के लिए सजा दी थी इसको। हाय हमारा परिवार हमारे 11 बंदे मारे गए तो कुमार ने कहा है कि वो ऐसा सोच भी नहीं सकते। तो ऐसा झूठ बोल रहा है। ये जो दोषी नहीं था तो क्यों इसको बंद करा गया? कितने सालों से क्यों बंद था? ये क्यों अंधी बेरी सरकार आज तक हमें इंसाफ नहीं दी? क्या चक्कर था ये? हम जो चाहते हैं इनको हमें इंसाफ मिले, ये क्यों बरी करा इसने सरकार ने? हम यही चाहते हैं हमें इंसाफ। आज कोर्ट ने उन्हें बरी किया है तो कोई भी इल्जाम साबित नहीं हुआ और एक्विटल हो गया है। हम विकास से जानना चाहेंगे कि कहाँ का मामला था? ये था विकासपुरी और जनकपुरी पुलिस स्टेशन का था। 2 केसेस थे, 2 दिन में बने थे, एक 31 तारीख का, एक 1 तारीख का। तो उसके अंदर 302 तो हम पे लगा नहीं था, प्रेजेंस वैसे ही साबित नहीं हुई थी। तो हमारा केस था कि दे हैव टारगेटेड हिम। इससे पहले जितने भी गवाह ये लाए हैं ये पहले गवाह हो चुके थे। इन सब गवाहों ने आज से 36 साल पहले कहीं टाइटल इसका सज्जन कुमार जी का नाम नहीं लिया, एक भी गवाह नहीं, और एक भी नया गवाह नहीं है। 32-36 साल के बाद आके इन्होंने नाम लिया। तो कोर्ट का फाइनल ऑर्डर तो अभी हमने देखा नहीं। तो मेरे हिसाब से क्योंकि वारंट ऑफ एविडेंस है, वही लोग हैं, वही फ्रेश एविडेंस है, नहीं है कोई फ्रेश एविडेंस और फ्रेश वर्जन है, फ्रेश स्टोरी है इनको टारगेट करने के लिए, वेयर दे हैव फेल्ड। तो वी आर थैंकफुल टू द जुडिशरी फॉर हैविंग एक्विटेड। ਇਸ ਨੂੰ ਸਿੱਖਾਂ ਦਾ ਕਤਲੇਆਮ ਕਹਿਣ ਦੀ ਗਲਤੀ ਨਾ ਕਰਨਾ ਜਨਾਬ। ਇਹ ਉਹ ਸੋਚ ਦਾ ਕਤਲੇਆਮ ਸੀ ਜਿਸ ਨਾਲ ਲੋਕਤੰਤਰ ਬਣਦਾ ਹੈ ਸੰਵਿਧਾਨ, ਬਣਦਾ ਹੈ ਦੇਸ਼। ਅਸੀਂ ਸਾਰੇ ਮਰੇ ਸੀ ਉਸ ਦਿਨ ਆਪਣੀ ਆਪਣੀ मौत। कितने सरदार मारे गए, हमारे पैर रखने की जगह नहीं थी लाशों पे, हम कूद के निकलेंगे घरों से बाहर। तो हम क्या 84 भूल जाएंगे? एक तरफ तुम बंदे मार रहे हो, दूसरी तरफ बहनों की बेइज्जती कर रहे हो। इनकी अलग अलग सबकी पार्टियां थी और इनको नादोषी मान के इनको बरी कर दिया है। कैसे बरी करा है? हम नहीं मानते इस फैसले को, हम खिलाफ है इस फैसले के। हम आगे जाएंगे, इन दोषियों को फांसी लगवा के रहेंगे। हमें तो बहुत दुख हुआ, हमारा परिवार जिंदा को चलाया, ऐसा लग रहा फिर हमारे लिए 84 आ गई। हमें इस गवर्नमेंट ने इंसाफ नहीं दिया। ये अंधी बेरी सरकार हो गई, हमें इंसाफ क्यों नहीं दिया? 42 साल हो गए केस लड़ते लड़ते, इंसाफ क्यों नहीं दिया? हमें तो ऐसा लग रहा है हमारे साथ फिर 84 हो गया। हमारे परिवार को जिंदे को जलाया आंखों के सामने।
ਉਹ ਜ਼ਖਮ ਅੱਜ ਵੀ ਜਿੰਦਾ ਹੈ ਅਤੇ ਅੱਜ ਵੀ ਜ਼ਿੰਦਾ ਹੈ ਉਹ ਮਰੀ ਹੋਈ ਸਿਆਸਤ ਅਤੇ ਸੱਜਣ ਕੁਮਾਰ ਨੂੰ 2 ਕੇਸਾਂ ਰਾਹਤ ਜ਼ਰੂਰ ਕੋਰਟ ਨੇ ਦੇ ਦਿੱਤੀ ਹੈ। ਪਹਿਲਾ ਜਨਕਪੁਰੀ ਮਾਮਲਾ 1 ਨਵੰਬਰ 1984 ਨੂੰ ਜਨਕਪੁਰੀ 'ਚ ਕਤਲ ਹੋਇਆ। 2 ਸਿੱਖਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਸੋਹਣ ਸਿੰਘ ਅਤੇ ਉਹਨਾਂ ਦੇ ਜਵਾਈ ਦਾ ਕਤਲ ਕੀਤਾ ਗਿਆ। ਅਗਸਤ 2023 'ਚ ਸੱਜਣ ਕੁਮਾਰ ਖਿਲਾਫ ਦੋਸ਼ ਤੈਅ ਹੋਏ ਸੀ। ਧਾਰਮਿਕ ਦੁਸ਼ਮਣੀ ਫੈਲਾਉਣ ਦੇ ਇਲਜ਼ਾਮ ਲੱਗੇ ਸਨ ਅਤੇ ਦੂਜਾ ਕੇਸ ਵਿਕਾਸਪੁਰੀ ਨਾਲ ਜੁੜਿਆ ਹੋਇਆ। 2 ਨਵੰਬਰ 1984 ਨੂੰ ਭੀੜ ਨੇ ਵਿਕਾਸਪੁਰੀ 'ਚ ਅੱਗ ਲਾਈ। ਗੁਰਚਰਨ ਸਿੰਘ ਨਾਮਕ ਵਿਅਕਤੀ ਨੂੰ ਅੱਗ ਲਾਈ ਗਈ। ਘਟਨਾ ਦੌਰਾਨ ਗੁਰਚਰਨ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋਏ। ਸੱਜਣ ਕੁਮਾਰ ਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਲੱਗੇ ਅਤੇ ਵੱਖ-ਵੱਖ ਧਰਮਾਂ 'ਚ ਦੁਸ਼ਮਣੀ ਕਰਵਾਉਣ ਦੇ ਵੀ ਉਹਨਾਂ ਤੇ ਇਲਜ਼ਾਮ ਲੱਗੇ। हमारे आगे बच्चे भी जो हैं, हमारे जो पोता पोती भी हैं, हम उनको बताएंगे तुम्हारे दादा को, चाचा को इन लोगों ने मारा है, तुम भूलना मत और तुम बदला लेके रहना। भले हमारे बच्चे मर जाए मगर अपने बाप दादा चाचा ताऊ जितनी सिख कौम है उनका बदला लेके रहेगी। ये सरदार जो सरदारों ने बहुत कुर्बानी की है, ये जो हिंदू धर्म भी है ये सरदारों की वजह से है। हमें ऐसी निगाह से देखा जाता है। हमने मारी है इंदिरा गांधी हमारी क्या दुश्मन थी? हमारी कोई दुश्मन नहीं थी। कितने सरदार मारे गए, हमारे पैर रखने की जगह नहीं थी। लाशों पे हम कूद के निकलेंगे घरों से बाहर, तो हम क्या 84 भूल जाएंगे? एक तरफ तुम बंदे मार रहे हो, दूसरी तरफ बहनों की बेइज्जती कर रहे हो। ऐसा है जी, हम ना खुश हैं। जज साहब ने जो फैसला सुनाया हमारे ही बरखिलाफ सुना दिया। इसका मतलब उसको बरी जो कर दिया, इसका मतलब उसका कोई गुनाह नहीं है। अगर गुनाह नहीं तो जेल में क्यों बैठा है? हमारे तरफ कम से कम जज साहब ध्यान दे। आगे क्या आप लोग रास्ता किया? हम यही चाहते हैं हमें इंसाफ मिले और ये दोबारा अंदर जाना चाहिए। हाई कोर्ट सुप्रीम कोर्ट में जाएंगे, हमें इंसाफ मिलना चाहिए। बहरहाल 84 ਦੇ ਜ਼ਖਮ ਅਤੇ 84 ਦੀਆਂ ਫਾਈਲਾਂ ਜ਼ਿੰਦਾ ਰਹੀ ਹੈ, ਪਰ ਉਮੀਦਾਂ ਮਰਦੀ ਰਹੀ ਅਤੇ ਸਿਆਸਤ ਇਸ ਤੇ ਚੱਲਦੀ ਰਹੀ ਅਤੇ ਚੱਲਦੀ ਰਹੀ। ਜ਼ਖਮ ਹੁਣ ਭਾਵੇਂ ਨਾਸੂਰ ਹੋ ਚੁੱਕੇ ਨੇ, ਪਰ ਅੱਖਾਂ 'ਚ ਅੱਜ ਵੀ ਇੰਤਜ਼ਾਰ ਹੈ ਇਨਸਾਫ ਦਾ, ਇੰਤਜ਼ਾਰ ਹੈ ਦੋਸ਼ੀਆਂ ਨੂੰ ਸਜ਼ਾ ਦਾ, ਇੰਤਜ਼ਾਰ ਹੈ ਸਹੀ ਦਾ, ਇੰਤਜ਼ਾਰ ਹੈ 84 ਦੇ ਕਾਤਲਾਂ ਨੂੰ ਫਾਂਸੀ ਦਾ, ਪਰ ਇੰਤਜ਼ਾਰ 'ਚ ਮਿਲਦਾ ਸਿਰਫ ਤੇ ਸਿਰਫ ਇੰਤਜ਼ਾਰ ਹੈ। ब्यूरो रिपोर्ट, लिविंग इंडिया न्यूज़। ਤਾਂ ਵਾਕਈ 1984 ਸਿੱਖ ਨਸਲਕੁਸ਼ੀ ਦਾ ਪੀੜਤਾਂ ਨੂੰ ਕਦੋਂ ਮਿਲੇਗਾ ਇੰਤਜ਼ਾਰ? ਪੀੜਤਾਂ ਨੂੰ ਖੁਦ ਇੰਤਜ਼ਾਰ ਹੈ। ਹਾਲਾਂਕਿ ਹੁਣ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ। ਪੰਜਾਬ ਕਾਂਗਰਸ 'ਚ ਹਾਲੇ ਵੀ ਕੁਝ ਵੀ ਠੀਕ ਨਹੀਂ ਹੈ। ਹਾਈ ਕਮਾਂਡ ਨੇ ਹੁਣ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਘੂਰੀ ਪਾਈ ਹੈ। ਜਨਤਕ ਬਿਆਨਬਾਜ਼ੀ ਦੇਣ ਤੋਂ ਕਿਨਾਰਾ ਕਰਨ ਦੀ ਹਾਈ ਕਮਾਂਡ ਨੇ ਨਸੀਹਤ ਦਿੱਤੀ ਹੈ ਤੇ ਸਿੱਧਾ ਤੌਰ ਤੇ ਕਿਹਾ ਕਿ ਸਾਰੇ ਲੀਡਰਾਂ ਨੇ ਹੱਥ ਖੜੇ ਕਰਕੇ ਏਕਤਾ ਦਾ ਭਾਵੇਂ ਸੁਨੇਹਾ ਦਿੱਤਾ ਹੈ। ਹਾਲਾਂਕਿ ਜੋ ਹਾਈ ਕਮਾਂਡ ਦੇ ਲੀਡਰ ਸਨ, ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਕਹਿ ਚੁੱਕੇ ਨੇ ਕਿ ਕੋਈ ਵੀ ਕਾਂਗਰਸ ਅੰਦਰ ਅਨੁਸ਼ਾਸਨਹੀਨਤਾ ਕਰੇਗਾ ਉਸ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ। 2027 ਦੀ ਚੋਣ ਉੱਤੇ ਪੰਜਾਬ ਕਾਂਗਰਸ ਨੂੰ ਹਦਾਇਤਾਂ ਜਾਰੀ ਹੋਈਆਂ ਨੇ, ਮਿਲ ਜੁਲ ਕੇ ਇਹ ਚੋਣਾਂ ਲੜੀਆਂ ਜਾਣ। ਇਹ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਹਦਾਇਤਾਂ ਜਾਰੀ ਹੋਈਆਂ ਨੇ। ਤਾਂ ਜੋ ਜਨਤਕ ਪਲੇਟਫਾਰਮ ਉੱਤੇ ਅਲੱਗ-ਅਲੱਗ ਬਿਆਨਬਾਜ਼ੀ ਚੱਲ ਰਹੀ ਹੈ, ਜਦੋਂ ਚਰਨਜੀਤ ਸਿੰਘ ਚੰਨੀ ਵੱਲੋਂ ਦਲਿਤਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਨੂੰ ਮਾਫੀ ਮੰਗਣ ਦੀ ਸਲਾਹ ਦਿੱਤੀ ਅਤੇ ਵੱਖੋ-ਵੱਖ ਧੜੇਬੰਦੀ ਦਾ ਜ਼ਿਕਰ ਹੋਇਆ। ਉਸ ਤੋਂ ਬਾਅਦ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਲੀਡਰ ਦਿੱਲੀ ਤਲਬ ਕੀਤੇ ਅਤੇ ਹੁਣ ਮੀਟਿੰਗ ਕੀਤੀ ਅਤੇ ਇਸ ਤੋਂ ਬਾਅਦ ਹੁਣ ਹੱਥ ਖੜੇ ਕਰਕੇ ਭਾਵੇਂ ਪੰਥ ਏਕਤਾ ਦਾ ਸੁਨੇਹਾ ਦਿੱਤਾ ਗਿਆ ਕਿ 2027 ਦੀਆਂ ਚੋਣਾਂ ਪੰਜਾਬ ਕਾਂਗਰਸ ਇਕੱਠੇ ਮਿਲ ਕੇ ਲੜੇਗੀ। ਪਰ ਸਿੱਧਾ ਤੌਰ ਤੇ ਭੁਪੇਸ਼ ਬਘੇਲ ਦੀ ਬਿਆਨਬਾਜ਼ੀ ਸਾਫ਼ ਕਹਿ ਚੁੱਕੀ ਹੈ ਕਿ ਕਾਂਗਰਸ ਅੰਦਰ ਕੁਝ ਵੀ ਆਲ ਇਜ਼ ਵੈਲ ਨਹੀਂ ਹੈ। ਹਾਈ ਕਮਾਂਡ ਨੇ ਕਿਹਾ ਹੈ, ਜ਼ਰੂਰ ਕਿਹਾ ਹੈ ਕਿ ਮਿਲ ਜੁਲ ਕੇ 2027 ਦੀ ਚੋਣਾਂ ਲੜੀਆਂ ਜਾਣ, ਪਰ ਭੁਪੇਸ਼ ਬਘੇਲ ਇਹ ਵੀ ਕਹਿ ਚੁੱਕੇ ਨੇ ਕਿ ਕਾਂਗਰਸ ਅੰਦਰ ਜੇਕਰ ਕੋਈ ਅਨੁਸ਼ਾਸਨਹੀਨਤਾ ਕਰੇਗਾ ਉਸ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ। ਕਾਬਲੇ ਗੌਰ ਹੈ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਦਲਿਤਾਂ ਨੂੰ ਲੈ ਕੇ, ਉਹ ਬਿਆਨ ਦਿੱਤਾ ਗਿਆ ਸੀਗਾ ਕਿ ਪੰਜਾਬ ਦਾ ਜਨਰਲ ਸਕੱਤਰ ਦਲਿਤ ਹੈ, ਪੰਜਾਬ ਦਾ ਪ੍ਰਧਾਨ ਪੰਜਾਬ ਦਾ ਜਨਰਲ ਸਕੱਤਰ ਅਪਰ ਕਾਸਟ ਹੈ, ਪੰਜਾਬ ਦਾ ਪ੍ਰਧਾਨ ਅਪਰ ਕਾਸਟ ਹੈ ਅਤੇ ਦਲਿਤ ਕਿੱਥੇ ਹੈ। ਅਤੇ ਉਸ ਬਿਆਨ ਬਹਾਨੇ ਜਦੋਂ ਵਿਰੋਧੀਆਂ ਨੇ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨੇ ਸਾਧੇ ਤਾਂ ਰਾਜਾ ਵੜਿੰਗ ਵੱਲੋਂ ਮਾਫੀ ਮੰਗਣ ਦੀ ਸਲਾਹ ਦਿੱਤੀ ਗਈ ਅਤੇ ਵੱਖ-ਵੱਖ ਧੜੇਬੰਦੀ ਦਾ ਜ਼ਿਕਰ ਹੋਇਆ ਅਤੇ ਉਸ ਤੋਂ ਬਾਅਦ
ਦਿੱਲੀ ਪੰਜਾਬ ਕਾਂਗਰਸ ਦੇ ਸਾਰੇ ਲੀਡਰ ਤਲਬ ਕੀਤੇ ਗਏ ਅਤੇ ਹੁਣ ਹਾਈ ਕਮਾਂਡ ਸਿੱਧਾ ਤੌਰ ਤੇ ਕਹਿ ਚੁੱਕਿਆ ਹੈ ਕਿ ਕਾਂਗਰਸ ਅੰਦਰ ਜੇਕਰ ਕੋਈ ਅਨੁਸ਼ਾਸਨਹੀਨਤਾ ਕਰੇਗਾ ਉਸ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ ਅਤੇ ਹੁਣ ਹੱਥ ਖੜੇ ਹੋ ਕਰਕੇ ਇੱਕ ਤਰੀਕੇ ਨਾਲ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਹੱਥ ਖੜੇ ਕਰਕੇ ਏਕਤਾ ਦਾ ਸੁਨੇਹਾ ਦਿੱਤਾ ਗਿਆ ਹੈ। For campaigning everything. There is a very clear direction we have given today. Everybody unanimously agreed. All the leaders unanimously agreed for the leadership decision. Venu sir, is there any possibility of leadership change in Punjab? In Punjab, there have been talks that has been going on that Punjab Congress. There is personally there is no question of leadership change at all. और सर चन्नी जी ने जो दलित रिप्रेजेंटेशन का इशू उठाया कि सारे बड़े पोस्ट पे केवल जट सिख नेता हैं, दलितों को रिप्रेजेंटेशन नहीं है, जो इशू उन्होंने मीटिंग में उठाया, We are very much committed to have a representation of communities, especially scheduled caste, scheduled tribe, OBC, and poor people from the general caste. This is the idea. This is the line has been taken by the party all over India. It is applicable to Punjab also. But going to the media, spreading into the social media this type of activity cannot help the Congress organization. We told that is our duty. This is the duty of the High Command to ensure that representation to everybody should be there. That we will take care. But we today again I am telling, we have told the leadership to don't make any such this thing. You can see that tomorrow onwards entire Congress family will be together. Yesterday also together only. Tomorrow onwards especially entire Congress leaders and Congress family will be together. They are fighting election. We are going to win Punjab. Aram se. We are going to win Punjab. But unitedly Congress will fight. Congress will win Punjab with the support of the people of Punjab. KC sir, but 32 leaders have written to Rahul ji seeking appointment with him. What is the wrong in it? Party leaders, but this type of group letters we are not going to tolerate. Asking for an appointment is not an issue. Asking for an appointment is okay. But grouping 35, 40 people grouping together and signing, that cannot be tolerated. Therefore, if anybody want to meet me, they can write individually to Rahul ji, they can write individually to us. We will make that sure. And also Rahul ji and leadership Mallikarjun Kharge planning to have programs in Punjab. That point of time everybody can meet. आप भी बोलो थोड़ा बोलो हिंदी में क्या बैठक में हमारे राष्ट्रीय अध्यक्ष खड़गे जी और लोकसभा के नेता आदरणीय राहुल जी, वेणुगोपाल जी पंजाब के सीनियर मोस्ट लीडर से मीटिंग की और 3 घंटा लगातार गंभीर विचार विमर्श किया गया और आने वाले 1 वर्ष में जो हमारी पार्टी की गतिविधि होगी उसके बारे में हमारे पंजाब के नेताओं ने बहुत ही बढ़िया सुझाव हाईकमान को दिया और हाईकमान से रिक्वेस्ट भी किया कि आने वाले समय में अभी मनरेगा महासंग्राम चल रहा है उसमें वो कार्यक्रम दें। ये रिक्वेस्ट हमारे स्टेट लीडरशिप की तरफ से गया है। दूसरी बात ये है कि पंजाब की जनता, पंजाब के कार्यकर्ता सभी चाहते हैं कि कांग्रेस की सरकार बने, क्योंकि पंजाब एक ऐसा राज्य है जो देश के लिए बहुत महत्वपूर्ण है, सीमावर्ती राज्य है और इसलिए इस देश के लिए सबसे महत्वपूर्ण सूबा हो जाता है। और ऐसे में हमारी जिम्मेदारी, महती जिम्मेदारी बनती है कांग्रेस जनों की कि देश की जो आवाज़ है उसको सुने और उसके अनुरूप हम लोगों को काम करें और किसी प्रकार के जो कोई बात हो पार्टी लीडर के बीच में कोई बात हो तो निश्चित रूप से हाईकमान तक के पहुँचाए। कोई भी कांग्रेस के कार्यकर्ता हाईकमान से मिलने के लिए एक एक करके मिल सकते हैं, वो आवेदन करें, उसको मिलने का समय दिया जाएगा, लेकिन ग्रुपिज्म उसको बर्दाश्त नहीं किया जाएगा। अनुशासनहीनता के लिए बहुत कड़े निर्देश हमारे नेताओं ने दिया है कि ये जो अनुशासनहीनता है उसको बर्दाश्त किसी कीमत पे नहीं किया जाएगा। बघेल साहब मानते हैं सर आप 2027 में विधानसभा चुनाव में कांग्रेस पार्टी
सामूहिक नेतृत्व में कलेक्टिव लीडरशिप में जाएगी या फेस कोई कांग्रेस पार्टी देगी? देखिए, कलेक्टिव लीडरशिप में लड़ेंगे। हमारे जो चेहरा है आदरणीय मल्लिकार्जुन खड़गे जी हैं, आदरणीय राहुल जी हमारे चेहरे हैं, उसके नेतृत्व में हम ये चुनाव लड़े। ਤਾਂ ਵਾਕਈ ਹਾਈਕਮਾਨ ਦੀ ਇਹ ਬਿਆਨਬਾਜ਼ੀ ਸਾਫ਼ ਸਾਬਿਤ ਕਰ ਰਹੀ ਹੈ ਕਿ ਪੰਜਾਬ ਕਾਂਗਰਸ ਅੰਦਰ ਕੁਝ ਵੀ ਆਲ ਇਜ਼ ਵੈਲ ਨਹੀਂ ਹੈ। ਬਹਰਾਲ ਖਬਰਾਂ ਚੈਨਈ में ਦਿਓ ਇਜਾਜ਼ਤ, ਧੰਨਵਾਦ।